हाँ जी, तो साਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸਰ ਲੈ ਕੇ ਆਇਆ ਜੀ ਮੈਪ ਦੀ 5 ਨੰਬਰ ਕਲਾਸ। ਪਹਿਲਾਂ ਆਪਾਂ ਕੀ 4 ਨੰਬਰ ਕਲਾਸ ਕਰ ਚੁੱਕੇ ਹੈਗੇ ਆ, 4 ਕਲਾਸਾਂ ਹੋ ਚੁੱਕੀਆਂ ਨੇ। ਜੇ ਤੁਸੀਂ ਨਵੇਂ ਹੈਗੇ ਹੋ ਚੈਨਲ ਤੇ ਤਾਂ ਆਪਣੀ ਕੀ ਹੈ ਜਾ ਕੇ ਕਲਾਸਾਂ ਦੇਖ ਲਓ, ਬਹੁਤ ਹੀ ਇੰਪੋਰਟੈਂਟ ਚੱਲ ਰਹੀਆਂ ਜੀ ਆਪਣੇ ਕੋਲ ਇੰਡੀਅਨ ਮੈਪ ਦੀਆਂ ਕਲਾਸਾਂ, ਠੀਕ ਹੈ ਜੀ। ਤਾਂ ਇਹਨਾਂ ਦਾ ਕੀ ਹੈ ਜੀ, ਹੁਣ ਕਿ ਆਪਾਂ ਟੈਲੀਗ੍ਰਾਮ ਚੈਨਲ ਬਣਾਇਆ, ਨਾਲ ਕੀ ਤੁਹਾਨੂੰ ਇਹਨਾਂ ਦੀ ਕੀ ਹੈ PDF ਮਿਲਿਆ ਕਰੇਗੀ। ਜੋ ਵੀ ਮੈਂ ਪੜਾਉਂਗਾ ਉਹਦੀ ਕੀ ਤੁਹਾਨੂੰ PDF ਮਿਲ ਜਾਏਗੀ। ਇਹਦਾ ਕੀ ਫਾਇਦਾ ਹੋਗਾ, ਤੁਸੀਂ ਇੱਕ ਤਾਂ ਦੇ ਹੈਂਡ ਰਾਈਟਿੰਗ ਨੋਟਸ ਬਣਾ ਸਕਦੇ ਹੋ, ਜੇ ਨਹੀਂ ਬਣਾਉਣਾ ਚਾਹੁੰਦੇ ਤੁਹਾਨੂੰ ਕੀ ਪ੍ਰਿੰਟ ਵੀ ਕਰ ਸਕਦੇ ਹੋ। ਤਾਂ ਤੁਹਾਡੇ ਲਈ ਕੀ ਹੈ ਇੱਕ ਖੁਸ਼ਖਬਰੀ ਹੈਗੀ ਆ। ਦੂਸਰੀ ਗੱਲ ਕੀ ਹੈ, ਤੁਹਾਡੇ ਲਈ ਅਸੀਂ ਟੈਲੀਗ੍ਰਾਮ ਚੈਨਲ ਬਣਾ ਚੁੱਕੇ ਹੈਗੇ, ਜਿਹਦੇ ਵਿੱਚ ਤੁਹਾਨੂੰ ਹਰ ਰੋਜ਼ ਇੱਕ ਤਾਂ ਕੁਇਜ਼ ਮਿਲਣਗੇ ਇੰਡੀਅਨ ਮੈਪ ਦੇ ਰਿਲੇਟਡ, ਜਾਂ ਫਿਰ ਜਿਹੜੇ ਐਗਜ਼ਾਮ ਚੱਲ ਰਹੇ ਨੇ ਪੰਜਾਬ ਦੇ ਉਹਨਾਂ ਦੇ ਰਿਲੇਟਡ ਮਿਲਦੇ ਰਹਿਣਗੇ, ਠੀਕ ਹੈ ਜੀ। ਤਾਂ ਤੀਸਰੀ ਗੱਲ ਕੀ ਹੈਗੀ ਆ, ਤਾਂ ਆਪਾਂ ਕੀ ਹੈ ਜਿਹੜੇ ਪਿਛਲੇ ਦਿਨ ਤੋਂ ਕਲਾਸਾਂ ਕਰ ਰਹੇ ਸੀ ਤਾਂ ਉਹਨਾਂ ਦੇ ਵੀ ਕੀ ਹੈ ਡਿਸਕ੍ਰਿਪਸ਼ਨ ਵਿੱਚ ਨੋਟਸ ਆ ਜਾਣਗੇ। ਤਾਂ ਇਹ ਨੋਟਸ ਆਪਾਂ ਕਿਵੇਂ ਪ੍ਰਾਪਤ ਕਰਦੇ ਆ, ਤਾਂ ਦੇਖੋ ਸਾਈਡ ਤੇ ਤੁਸੀਂ ਕੀ ਹੈ ਦੇਖ ਰਹੇ ਹੋਗੇ, ਵੀਡੀਓ ਚੱਲ ਰਹੀ ਹੈ ਪਿੱਛੇ, ਦੇਖੋ YouTube ਤੇ ਕੀ ਹੈ ਆਪਣੀ ਵੀਡੀਓ ਹੈਗੀ। ਵੀਡੀਓ ਤੁਸੀਂ ਕੀ ਹੈ ਡਿਸਕ੍ਰਿਪਸ਼ਨ ਵਿੱਚ ਜਾਓਗੇ, ਡਿਸਕ੍ਰਿਪਸ਼ਨ ਤੋਂ ਜਾ ਕੇ ਤੁਸੀਂ ਜਾਂ ਤਾਂ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਉੱਥੇ ਮਿਲ ਜਾਣਗੇ, ਜਾਂ ਫਿਰ ਕੀ ਉੱਥੇ ਤੁਹਾਨੂੰ ਇੱਕ ਲਿੰਕ ਆਏਗਾ, ਉੱਥੇ ਲਿੰਕ ਤੇ ਕਲਿੱਕ ਕਰੋਗੇ ਤਾਂ ਓਕੇ ਤੁਹਾਨੂੰ ਰਿਕੁਐਸਟ ਸੈਂਡ ਕਰਨ ਲਈ ਕਹੇਗਾ, ਤੁਸੀਂ ਰਿਕੁਐਸਟ ਸੈਂਡ ਕਰ ਦੇਣੀ ਹੈ। ਉਸ ਤੋਂ ਬਸ ਕੁਛ ਹੀ 10-5 ਮਿੰਟ ਬਾਅਦ ਕੀ ਤੁਸੀਂ ਵਾਪਸ ਆਓਗੇ ਉਸੇ ਵੀਡੀਓ ਤੇ, ਤੁਹਾਨੂੰ ਕੀ ਰਿਕੁਐਸਟ ਐਕਸੈਪਟ ਹੋ ਜਾਏਗੀ ਤੇ ਨਾਲ ਕੀ ਤੁਸੀਂ ਉਹਦੇ ਦਾ ਐਕਸੈਸ ਲੈ ਲਓਗੇ, ਠੀਕ ਹੈ ਜੀ। ਤਾਂ ਇਹਨਾਂ ਕੋ ਤੁਸੀਂ ਕੀ ਹੈ ਜੀ ਕਰਨਾ ਹੈਗਾ, ਜੇ ਤੁਸੀਂ ਇੰਨਾ ਕਰ ਲੋਗੇ ਤਾਂ ਵੈਲ ਐਂਡ ਬੈਸਟ ਹੈਗਾ। ਜੇ ਦੂਸਰੀ ਗੱਲ ਕੀ ਹੈ, ਇਸ ਤੋਂ ਈਜ਼ੀ ਤਰੀਕਾ ਕੀ ਹੈ, ਤੁਸੀਂ ਟੈਲੀਗ੍ਰਾਮ ਤੇ ਜਾਓ, ਟੈਲੀਗ੍ਰਾਮ ਤੇ ਜਾਓਗੇ ਤੁਹਾਨੂੰ ਕੀ ਹੈ ਉੱਪਰ ਹੀ ਉੱਪਰ ਸਾਡੀ PDF ਜਿਹੜੀ ਹੈ ਪਿਨ ਹੋਈ ਹੋਈ ਮਿਲ ਜੂਗੀ, ਠੀਕ ਹੈ ਜੀ। ਨਿਊ ਕਲਾਸ ਹੋਊਗੀ ਉਹਦਾ ਵੀ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ, ਠੀਕ ਹੈ ਜੀ। ਤਾਂ ਆਪਾਂ ਕੀ ਅੱਜ ਕਲਾਸ ਕਰ ਰਹੇ ਸੀ ਪਿਛਲੀਆਂ ਮੈਪ ਦੀਆਂ। ਆਪਾਂ ਹਿਮਾਚਲ ਪ੍ਰਦੇਸ਼, ਜੰਮੂ ਐਂਡ ਕਸ਼ਮੀਰ ਦੇਖ ਲਿਆ, ਠੀਕ ਹੈ ਜੀ। ਹਿਮਾਚਲ ਕਰ ਲਿਆ ਤੇ ਜੰਮੂ ਐਂਡ ਕਸ਼ਮੀਰ ਆਪਾਂ ਕਰ ਲਿਆ। ਅੱਜ ਆਪਾਂ ਕੀ ਗੱਲ ਕਰਦੇ ਹਾਂ ਜੀ, ਅੱਜ ਆਪਾਂ ਉੱਤਰਾਖੰਡ ਦੀ ਗੱਲ ਕਰਦੇ ਹਾਂ। ਉੱਤਰਾਖੰਡ ਦੇਖੋ ਜੀ, ਦੇਖੋ ਜੇ ਇਹ ਇਲਾਕੇ ਆਪਾਂ ਕੀ ਦੇਖੀਏ ਤਾਂ ਇਹ ਪਹਾੜੀਆਂ ਲਈ ਪ੍ਰਸਿੱਧ ਹੈਗੇ, ਠੀਕ ਹੈ ਜੀ। ਜੰਮੂ ਐਂਡ ਕਸ਼ਮੀਰ ਹੋ ਗਿਆ, ਹਿਮਾਚਲ ਹੋ ਗਿਆ, ਉੱਤਰਾਖੰਡ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਨੇਪਾਲ ਸ਼ੁਰੂ ਹੋ ਜਾਏਗਾ, ਨੇਪਾਲ ਤੋਂ ਬਾਅਦ ਆਪਣੇ ਪਰਲੇ ਪੂਰਵਾਂਚਲ ਵਾਲੇ ਆ ਜਾਂਦੇ, ਠੀਕ ਹੈ। ਇੱਧਰ ਕਿਹੜੇ ਪੂਰਵਾਂਚਲ ਵਾਲੇ ਆਪਣੇ ਹਿੱਸੇ ਆ ਜਾਣਗੇ, ਠੀਕ ਹੈ ਜੀ। ਤਾਂ ਆਪਾਂ ਕੀ ਹੈ ਮੇਨ ਗੱਲ ਕਰਦੇ ਗਏ ਆਪਣੇ ਟੌਪਿਕ ਤੇ। ਪਿਛਲੇ ਆਪਣਾ ਕਲਾਸ ਕਰ ਰਹੇ ਸੀਗੇ ਹਿਮਾਚਲ ਦੇ ਜਿਹੜੇ ਮੇਨ ਸ਼ਹਿਰ ਤੁਹਾਨੂੰ ਮੈਂ ਕਰਾਏ ਸੀ, ਧਰਮਸ਼ਾਲਾ, ਬਿਲਾਸਪੁਰ, ਸੋਨਲ, ਕਾਲਕਾ ਤੇ ਆਪਣਾ ਕੁੱਲੂ ਮਨਾਲੀ ਵਗੈਰਾ ਜਿਹੜੇ ਘੁੰਮਣ ਲਈ ਵਧੀਆ ਸੀਗੇ। ਬਿਲਾਸਪੁਰ ਤੁਹਾਡਾ ਕੀ ਸੀਗਾ, ਤਾਂ ਆਪਣੇ ਕੋਲ ਉੱਥੇ ਪਾਖੜਾ ਨੰਗਲ ਡੈਮ ਸੀਗਾ, ਉੱਥੇ ਕੀ ਸੀ ਗੋਬਿੰਦ ਸਾਗਰ ਜਿਹੜਾ ਹੈਗਾ ਉਹ ਵੀ ਬਣਿਆ ਹੋਇਆ ਹੈ ਪਾਖੜਾ ਨੰਗਲ ਡੈਮ ਦੇ ਪਿੱਛੇ ਜਿਹੜੀ ਝੀਲ ਹੈਗੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆਪਾਂ ਕਰ ਲਿਆ ਸੀ ਧਰਮਸ਼ਾਲਾ ਤੁਹਾਡਾ ਕ੍ਰਿਕਟ ਸਟੇਡੀਅਮ। ਸੋਨਲ ਕੀ ਸੀਗਾ ਆਪਣੇ ਕੋਲ ਮਸ਼ਰੂਮ ਵਗੈਰਾ ਦੀ ਖੇਤੀ ਜ਼ਿਆਦਾ ਹੁੰਦੀ ਸੀ, ਉਹ ਅਨੁਸੰਧਾਨ ਕੇਂਦਰ ਵੀ ਸੋਨਲ ਵਿੱਚ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ 3 ਦਰੇ ਕੀਤੇ ਸੀਗੇ, ਰੋਹਤਾਂਗ ਦਰਾ, ਬੜਾ ਲਾਚਲਾ ਦਰਾ ਤੇ ਸ਼ਿਜਿਆਂਗ ਦਰਾ, ਠੀਕ ਹੈ ਜੀ। 3 ਦਰੇ ਆਪਾਂ ਕਰ ਲਏ ਸੀ। ਅੱਜ ਆਪਾਂ ਗੱਲ ਕਰਦੇ ਹਾਂ ਜੀ ਉੱਤਰਾਖੰਡ ਬਾਰੇ। ਦੇਖੋ ਜੇ ਤੁਸੀਂ ਮੇਰੇ ਬੈਕਗ੍ਰਾਉਂਡ ਦੇਖੋਗੇ ਤਾਂ ਬਿਲਕੁਲ ਬੈਕਗ੍ਰਾਉਂਡ ਮਤਲਬ ਕੁਝ ਨਹੀਂ ਹੈਗਾ, ਤੁਸੀਂ ਦੇਖ ਲਓ ਹੁਣ ਤੁਹਾਡੇ ਮਨ ਓਰੀਜਨਲ ਆ ਗਿਆ ਹੋਣਾ ਮੇਰਾ ਬੈਕਗ੍ਰਾਉਂਡ। ਤਾਂ ਦੇਖੋ ਇਹ ਵੀਡੀਓ ਬਣਾਉਣ ਨੂੰ ਬਹੁਤ ਮਿਹਨਤ ਲੱਗਦੀ ਹੈ। ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਦੇਖੋ ਕਿਸੇ ਵੀ ਚੀਜ਼ ਦਾ ਕੀ ਹੈ ਮੁੱਢ ਹੁੰਦੀ ਹੈ ਉਹਨਾਂ ਦੀ ਮੈਪ, ਠੀਕ ਹੈ ਜੀ। ਜੀਕੇ ਦਾ ਬਿਲਕੁਲ ਬੇਸ ਟੂ ਬੇਸ ਹੈਗਾ ਜੀ ਮੈਪ, ਠੀਕ ਹੈ। ਇੱਥੋਂ ਕੀ ਤੁਹਾਡੇ ਅੱਧੇ ਪਰਬਤ ਯਾਦ ਹੋ ਜਾਣਗੇ, ਨਦੀਆਂ ਦੇ ਉਦਗਮ ਆਪਾਂ ਯਾਦ ਕਰ ਲਾਂਗੇ। ਉਸ ਤੋਂ ਬਾਅਦ ਜਦੋਂ ਮੈਂ ਤੁਹਾਨੂੰ ਪੂਰੇ ਕੀ ਹੈ ਆਪਣੇ ਸਟੇਟ ਪੜ੍ਹਾ ਦੂੰਗਾ ਜਿੰਨੇ ਵੀ ਆਪਣੇ ਹੈਗੇ ਆ, ਤਾਂ ਉਸ ਤੋਂ ਬਾਅਦ ਆਪਾਂ ਕੀ ਗੱਲ ਕਰਾਂਗੇ, ਤਾਂ ਆਪਾਂ ਕੀ ਹੈ ਮਾਨਚਿੱਤਰ ਯਾਦ ਕਰਾਂਗੇ, ਠੀਕ ਹੈ। ਮੰਨ ਲਓ ਪਰਬਤ ਕਿਹੜਾ ਕਿੱਥੇ ਪੈਂਦਾ ਹੈਗਾ, ਨਦੀਆਂ ਜਿਹੜੀਆਂ ਹੈਗੀਆਂ ਨੇ ਉਹ ਕਿੱਥੇ ਹੈਗੀਆਂ, ਠੀਕ ਹੈ ਜੀ। ਬੇਸਿਕਲੀ ਕੀ ਹੈ ਤਾਂ ਹੌਲੀ ਹੌਲੀ ਜਦੋਂ ਤੁਹਾਨੂੰ ਕੀ ਹੈ ਨਕਸ਼ਾ ਮੈਪ ਯਾਦ ਹੋ ਜਾਊਗਾ, ਜਦੋਂ ਮੈਂ ਕੋਈ ਵੀ ਸਟੇਟ ਦਾ ਨਾਂ ਲਵਾਂਗਾ ਤੁਹਾਡਾ ਮਾਈਂਡ ਸੈਟ ਕੀ ਹੈ ਉੱਥੇ ਚਲਾ ਜਾਊਗਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਇਹਨਾਂ ਤੋਂ ਛੋਟੇ ਛੋਟੇ ਪ੍ਰਸ਼ਨ ਪੁੱਛੇ ਜਾਂਦੇ ਆ, ਜਿਵੇਂ ਕਿ ਆਪਣੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਹੈਗਾ, ਠੀਕ ਹੈ ਜੀ। ਬਿਲਾਸਪੁਰ ਜਿਹੜਾ ਹੈਗਾ ਆਪਣੇ ਕੋਲ ਭਾਖੜਾ ਨੰਗਲ ਡੈਮ ਹੈਗਾ। ਤਾਂ ਇਹਦਾ ਕੀ ਹੈ ਛੋਟੇ ਛੋਟੇ ਪ੍ਰਸ਼ਨ ਪੁੱਛੇ ਨੇ ਜੋ ਕਿ ਆਪਣੇ ਕੰਮ ਦਿੰਦੇ ਆ, ਠੀਕ ਹੈ ਜੀ। ਤਾਂ ਕਿ ਇਹ ਟੌਪਿਕ ਆਪਾਂ ਹੌਲੀ ਹੌਲੀ ਨਿਬੇੜ ਲਾਂਗੇ। ਜਿਹੜੇ ਪ੍ਰਮੁੱਖ ਸ਼ਹਿਰ ਹੈਗੇ ਆ ਹਰੇਕ ਸਟੇਟ ਹੈਗੀ ਆ, 1 ਨਾ 2 ਜਾਂ 5-6 ਹੁੰਦੇ ਹੈਗੇ ਆ ਜਿਹੜੇ ਕਿ ਪ੍ਰਮੁੱਖ ਸ਼ਹਿਰ ਹੁੰਦੇ, ਕਈਆਂ ਥੋੜੇ ਹੁੰਦੇ ਆ, ਕਈਆਂ ਜ਼ਿਆਦਾ ਹੁੰਦੇ ਆ। ਤਾਂ ਉਹ ਕੀ ਹੈ ਜਿਹੜੇ ਤੁਹਾਡੇ ਐਗਜ਼ਾਮ ਹੈਗਾ ਉਹਦੀ ਵੇਟੇਜ ਤੇ ਵੀ ਨਿਰਭਰ ਕਰਦਾ, ਠੀਕ ਹੈ ਜੀ। ਤਾਂ ਦੇਖੋ ਕੀ ਹੈ ਇਹ ਸਭ ਕੁਝ ਕਰਨਾ ਤੁਹਾਨੂੰ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਸਮਝ ਲਓ, ਜੇ ਤੁਸੀਂ ਕੀ ਹੈ ਕੰਪੀਟੀਟਿਵ ਐਗਜ਼ਾਮ ਵਿੱਚ ਆ ਗਏ, GD ਦਾ ਹੋਵੇ, ਪੰਜਾਬ ਦਾ ਹੋਵੇ, ਕਿਸੇ ਵੀ ਤੁਸੀਂ UPSC IAS ਜੋ ਵੀ ਬਣਨਾ ਤੁਸੀਂ, ਉਹਦੇ ਲਈ ਕੀ ਹੈ ਤੁਹਾਨੂੰ ਮੈਪ ਤੋਂ ਸਭ ਤੋਂ ਜ਼ਰੂਰੀ ਹੈ ਇੰਡੀਅਨ ਮੈਪ। ਤਾਂ ਮਤਲਬ ਇਹ ਸਮਝ ਲਓ ਕਿ ਤੁਹਾਡੀ GK ਦੀ ਕੁੰਜੀ ਹੈਗੀ ਹੈ। ਜੇ ਤੁਸੀਂ ਇੰਡੀਅਨ ਮੈਪ ਨਹੀਂ ਕਰ ਸਕਦੇ ਤਾਂ ਸਮਝ ਲਓ ਤੁਸੀਂ ਅੱਜ ਹੀ ਪੜ੍ਹਾਈ ਛੱਡ ਦਿਓ, ਇਹ ਗਾਰੰਟੀ ਹੈ ਮੇਰੀ। ਜੇ ਤੁਸੀਂ ਅੱਜ ਨਹੀਂ ਕਰ ਸਕਦੇ ਨਾ ਇੰਡੀਅਨ ਮੈਪ, ਕਿਉਂ ਯਾਰ ਦੇਖੋ ਤੁਹਾਨੂੰ ਦੇਖ ਦੇਖ ਕੇ ਹੀ ਚੀਜ਼ ਕਰਨੀ ਹੈ, ਤੁਸੀਂ ਬਸ ਦੇਖਣਾ ਉਸ ਚੀਜ਼ ਨੂੰ, ਬਸ
ਸਮਝਣਾ ਵੀ ਹਾਂ ਇਹ ਚੀਜ਼ ਇੱਥੇ ਹੈਗੀ ਹੈ। ਬਾਹਲਾ ਕੁਝ ਯਾਦ ਕਰਨ ਨੂੰ ਮੈਂ ਵੀ ਨਹੀਂ ਕਹਿੰਦਾ। ਦੇਖੋ ਮੈਂ ਹਿਮਾਚਲ ਕਰਾਇਆ 4-5 ਜਿਹੜੇ ਸੀਗੇ ਮੇਨ ਸਟੇਟ ਜਿਹੜੇ ਥਾਵਾਂ ਸੀਗੀਆਂ ਉਹਦੀਆਂ ਜਿਹੜੀਆਂ ਸ਼ਹਿਰ ਸੀਗੇ ਉਹ ਯਾਦ ਕਰਵਾਇਆ। ਤੁਸੀਂ ਜੰਮੂ ਐਂਡ ਕਸ਼ਮੀਰ ਦੇਖ ਲਓਗੇ ਉੱਥੇ ਵੀ ਥੋੜੀ ਬਹੁਤੇ ਕਰਾਈਆਂ ਨੇ। ਤਾਂ ਕੀ ਹੁੰਦਾ ਹੈ ਕਿ ਹਰੇਕ ਚੀਜ਼ ਦਾ ਕੀ ਹੈ ਕੋਈ ਨਾ ਕੋਈ ਲੌਜਿਕ ਹੁੰਦਾ ਹੈ। ਮੈਂ ਐਵੇਂ ਤਾਂ ਮਤਲਬ ਹੈ ਨਹੀਂ ਪਾਗਲ ਜਿਹੜਾ ਤੁਹਾਨੂੰ ਸਮਝਾ ਰਿਹਾ। ਜੀ ਹਾਂ ਤੁਹਾਡੇ ਚੋਂ ਇੱਕ ਬੱਚਾ ਵੀ ਸੀਰੀਅਸ ਹੋ ਕੇ ਪੜ੍ਹ ਰਿਹਾ ਨਾ, ਇੱਕ ਬੱਚਾ ਵੀ, ਤਾਂ ਮੈਂ ਸੱਚੀ ਦਿਲੋਂ ਸਪੋਰਟ ਕਰਦਾ ਉਹਨੂੰ ਕਿ ਦਿਲੋਂ ਮੈਂ ਕਹਿੰਦਾ ਕਿ ਉਹ ਪੱਕਾ ਕੀ ਹੈ ਜੌਬ ਲੈ ਕੇ ਰਹੂਗਾ। ਠੀਕ ਹੈ। ਤੇ ਅੱਜ ਦੇ ਜ਼ਮਾਨੇ 'ਚ ਕਿ ਜੌਬ ਮਿਲਦੀ ਨਹੀਂ, ਖੋਣੀ ਪੈਂਦੀ ਹੈ। ਠੀਕ ਹੈ। ਜੇ ਇੱਕ ਪੋਸਟ ਕੱਢੀ ਹੈ ਨਾ ਸਰਕਾਰ ਨੇ, ਮੰਨ ਲਓ ਤੁਸੀਂ ਕਿਸੇ ਪੰਜਾਬ ਪਟਵਾਰੀ, ਪੰਜਾਬ ਪੁਲਿਸ ਜਾਂ ਕੁਝ ਵੀ ਹੈ, ਜੇ ਇੱਕ ਪੋਸਟ ਕੱਢੀ ਹੈ ਤਾਂ ਤੁਹਾਡੇ ਮਾਈਂਡ 'ਚ ਇਹ ਹੋਣਾ ਚਾਹੀਦਾ ਮੇਰੇ ਵਾਸਤੇ ਉਹ ਪੋਸਟ, ਸਿਰਫ ਇੱਕ ਪੋਸਟ। ਆਪਾਂ ਨੂੰ ਉਹਦੇ ਤੋਂ ਨਹੀਂ ਮਤਲਬ ਵੀ 700 ਕੱਢੀਆਂ 800, ਬਸ ਇੱਕ ਪੋਸਟ ਭਾਵੇਂ ਕੱਢੀ ਹੋਵੇ ਨਾ ਉਹ ਵੀ ਆਪਣੀ ਹੋਣੀ ਚਾਹੀਦੀ ਹੈ। ਤੇ ਤਿਆਰੀ ਇੰਨੀ ਜ਼ਬਰਦਸਤ ਹੋਣੀ ਚਾਹੀਦੀ ਹੈ ਕਿ ਸਾਹਮਣੇ ਵਾਲਾ ਬੰਦਾ ਨਾ ਜਿਹੜਾ ਨਾਲ ਤੁਹਾਡੇ ਪੇਪਰ ਕਰ ਰਿਹਾ ਉਹ ਡਰ ਜਾਵੇ, ਵੇਖ ਕੇ ਡਰ ਜਾਵੇ ਕਿ ਮੇਰਾ ਨਹੀਂ ਹੁੰਦਾ, ਇਹ ਦੇਖੋ ਕਿਵੇਂ ਕਰੀ ਜਾਂਦਾ। ਤਾਂ ਐਵੇਂ ਕੀ ਹੈ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਹੈ। ਠੀਕ ਹੈ। ਦੂਸਰੀ ਗੱਲ ਕੀ ਹੈ, ਆਪਾਂ ਗੱਲ ਕਰਦੇ ਹਾਂ ਆਪਣੇ ਟੌਪਿਕ ਦੀ। ਠੀਕ ਹੈ। ਤਾਂ ਦੇਖੋ ਆਪਾਂ ਗੱਲ ਕਰਦੇ ਹਾਂ ਉੱਤਰਾਖੰਡ ਦੀ। ਉੱਤਰਾਖੰਡ ਕੀ ਹੈ ਜੀ 9 ਨਵੰਬਰ 2000 ਵਿੱਚ ਕੀ ਹੈ ਯੂਪੀ ਤੋਂ ਅਲੱਗ ਹੋ ਗਿਆ ਸੀ। ਠੀਕ ਹੈ। ਪਹਿਲਾਂ ਕੀ ਹੈ ਯੂਪੀ ਨਾਲ ਕੀ ਹੈ ਮਰਜ ਸੀਗਾ, ਉਸ ਤੋਂ ਬਾਅਦ ਕੀ ਹੈ ਇਹਨੂੰ ਅਲੱਗ ਕਰ ਦਿੱਤਾ ਗਿਆ। ਉੱਤਰਾਖੰਡ ਤੋਂ ਕੀ ਹੈ ਇਹ ਪਹਿਲਾਂ ਉੱਤਰਾਂਚਲ ਸੀਗਾ। ਜਦੋਂ ਕੀ ਹੈ 9 ਨਵੰਬਰ 2000 ਨੂੰ ਕੀ ਹੈ ਇਹਦਾ ਕੀ ਵੰਡ ਹੋਈ ਸੀ ਤਾਂ ਇਹਦਾ ਪੁਰਾਣਾ ਨਾਂ ਉੱਤਰਾਂਚਲ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਹੌਲੀ ਹੌਲੀ ਜਦੋਂ 2007 ਆਇਆ ਤਾਂ ਉਦੋਂ ਕੀ ਇਹਦਾ ਨਾਂ ਉੱਤਰਾਖੰਡ ਕਰ ਦਿੱਤਾ ਗਿਆ। ਠੀਕ ਹੈ। ਇਹ 2 ਪੁਆਇੰਟ ਜਿਹੜੇ ਹੈਗੇ ਆ ਮੇਨ ਯਾਦ ਕਰ ਲਿਓ ਕੀ ਹੈਗਾ ਕਿ 9 ਨਵੰਬਰ 2000 ਨੂੰ ਇਹਨਾਂ ਦੀ ਵੰਡ ਹੋਈ ਸੀ, ਮਤਲਬ ਯੂਪੀ ਤੇ ਉੱਤਰਾਖੰਡ ਦੀ। ਠੀਕ ਹੈ ਜੀ। ਤਾਂ ਤੀਸਰੀ ਗੱਲ ਕੀ ਹੈ ਕਿ 2007 ਵਿੱਚ ਕੀ ਹੈ ਇਹਨਾਂ ਨੂੰ ਉੱਤਰਾਂਚਲ ਤੋਂ ਉੱਤਰਾਖੰਡ ਨਾਮ ਦੇ ਦਿੱਤਾ ਗਿਆ। ਠੀਕ ਹੈ ਜੀ। ਇਹ 2 ਗੱਲਾਂ ਕੀ ਇਹਨਾਂ ਦੀ ਯਾਦ ਕਰ ਲਿਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੀ ਬਣਾਵਟ ਦੀ। ਠੀਕ ਹੈ। ਬਣਾਵਟ ਦੀ ਗੱਲ ਕਰਾਂਗੇ ਤਾਂ ਇਹ ਕੀ 2 ਹਿੱਸਿਆਂ 'ਚ ਵੰਡਿਆ ਹੋਇਆ। ਠੀਕ ਹੈ ਜੀ। ਇਧਰਲਾ ਹਿੱਸਾ ਜਿਹੜਾ ਹੈਗਾ, ਇਧਰਲਾ ਹਿੱਸਾ ਉਹ ਕੀ ਹੈ ਆਪਣੇ ਕੋਲ ਤਾਂ ਉਹ ਕੀ ਹੈ ਕਮਾਈਯੂ। ਠੀਕ ਹੈ ਜੀ। ਤੁਸੀਂ ਕੀ ਹੈ ਸੈਨਿਕ ਜਿਹੜੇ ਆਰਮੀ ਵਾਲੇ ਹੋਣਗੇ ਤਾਂ ਉਹਨਾਂ ਦੀ ਇੱਕ ਰੈਜੀਮੈਂਟ ਹੁੰਦੀ ਹੈ ਕਮਾਈਯੂ ਰੈਜੀਮੈਂਟ। ਠੀਕ ਹੈ ਜੀ। ਉਹਨਾਂ ਦੇ ਜਿਹੜੇ ਸੀਗੇ ਮੇਜਰ ਸੋਮਨਾਥ ਸ਼ਰਮਾ। ਠੀਕ ਹੈ ਜੀ। ਮੇਜਰ ਸੋਮਨਾਥ ਸ਼ਰਮਾ ਜਿਹੜੇ ਸੀਗੇ ਉਹ ਕੀ ਸੀਗੇ ਉੱਤਰਾਖੰਡ ਦੇ ਹੀ ਸੀਗੇ ਕਮਾਈਯੂ ਰੈਜੀਮੈਂਟ ਦੇ, ਜਿਨ੍ਹਾਂ ਨੂੰ ਕੀ 1947 ਦੇ ਵਿੱਚ ਕਿਹੜਾ ਮਿਲਿਆ ਸੀ ਆਪਣੇ ਕੋਲੋਂ ਪਹਿਲਾ ਜਿਹੜਾ ਪਰਮਵੀਰ ਚੱਕਰ ਮਿਲਿਆ ਸੀ। ਠੀਕ ਹੈ ਜੀ। ਤਾਂ ਦੇਖ ਲਓ ਯਾਦ ਕਰ ਲਓ ਇਧਰਲਾ ਕਮਾਈਯੂ ਹੈਗਾ, ਕਮਾਈਯੂ ਰੈਜੀਮੈਂਟ ਤੋਂ ਤੁਸੀਂ ਯਾਦ ਕਰ ਸਕਦੇ ਹੋ। ਜਿਹੜਾ ਇਧਰਲੇ ਵਾਲਾ ਹਿੱਸਾ ਹੈਗਾ ਉਹਨੂੰ ਕੀ ਹੈ ਜੀ ਗੜਵਾਲ ਕਹਿੰਦੇ ਆ। ਠੀਕ ਹੈ ਜੀ। ਗੜਵਾਲ ਵਾਲਾ ਹਿੱਸਾ ਹੈਗਾ। ਠੀਕ ਹੈ ਜੀ। ਇਹਦਾ ਵਿਚਾਲੇ ਕੀ ਹੈ ਜੀ ਆਪਣੇ ਕੋਲ ਤਾਂ ਕੀ ਹੈ ਦਰੇ ਵੀ ਹੈਗੇ ਆ। ਮੈਂ ਦਰੇ ਤੁਹਾਨੂੰ ਵੀ ਯਾਦ ਕਰਾਉਂਗਾ ਤਾਂ ਦਰੇ ਤੁਹਾਨੂੰ ਪਹਿਲੇ ਯਾਦ ਕਰਵਾ ਹੀ ਦੇਣਾ। ਤਾਂ ਕੀ ਹੈਗਾ ਇੱਧਰ ਤੁਸੀਂ ਕਰੋਗੇ ਤਾਂ ਨੀਤੀ ਦਰਾ। ਠੀਕ ਹੈ ਜੀ। ਇਧਰਲੀ ਸਾਈਡ ਤੇ ਕੀ ਹੈ ਨੀਤੀ ਦਰਾ, ਉਸ ਤੋਂ ਬਾਅਦ ਆ ਗਿਆ ਜੀ ਧਰਮਾ ਦਰਾ ਤੇ ਮਨਾ ਦਰਾ। ਠੀਕ ਹੈ ਜੀ। 3 ਦਰੇ ਹੈਗੇ ਆ ਧਰਮਾ, ਨੀਤੀ ਤੇ ਮਨਾ ਦਰਾ। ਠੀਕ ਹੈ ਜੀ। 3 ਦਰੇ ਤੇ ਚੌਥਾ ਜਿਹੜਾ ਹੈ ਜੀ ਉਹ ਬਿਲਕੁਲ ਕੀ ਹੈ ਨੇਪਾਲ ਤੇ ਜਿਹੜਾ ਆਪਣਾ ਚੀਨ ਹੈਗਾ। ਠੀਕ ਹੈ ਜੀ। ਉਹਨਾਂ ਵਾਸਤੇ ਜਾਂਦਾ ਹੈਗਾ ਲੇਖਪੁਰਾ ਦਰਾ। ਇਹ ਮੇਨ ਹੈਗਾ, ਇੰਪੋਰਟੈਂਟ ਹੈਗਾ, ਯਾਦ ਕਰ ਲਓ ਲੇਖਪੁਰਾ ਦਰਾ। ਬਿਲਕੁਲ ਕੀ ਹੈ ਜਦੋਂ ਤੁਹਾਨੂੰ ਇੰਡੀਅਨ ਜਿਓਗ੍ਰਾਫੀ ਪੁੱਛੂਗਾ ਤਾਂ ਉਹਨਾਂ 'ਚ ਕੀ ਹੈ ਜੇ ਦਰੇ ਦਾ ਕੁਐਸਚਨ ਜ਼ਰੂਰ ਆ ਰਿਹਾ ਤਾਂ ਉਹਦੇ ਤੁਹਾਨੂੰ 100 ਲਗਭਗ ਤੁਹਾਡੇ ਕੋਲ ਕੀ ਹੈ 80 ਤੋਂ 90% ਚਾਂਸ ਹੈਗੇ ਆ ਜਿਹੜਾ ਤੁਹਾਡਾ ਲੇਖਪੁਰਾ ਦਰਾ ਦੱਸੇਗਾ, ਕਿਉਂਕਿ ਇਹ ਕੀ ਹੈ 2 ਇੰਟਰਨੈਸ਼ਨਲ ਜਿਹੜੀ ਸੀਮਾਵਾਂ ਨੂੰ ਟੱਚ ਹੁੰਦਾ। ਠੀਕ ਹੈ ਜੀ। ਇੱਕ ਤਾਂ ਨੇਪਾਲ, ਦੂਸਰਾ ਕੀ ਆਪਣੇ ਕੋਲ ਚਾਈਨਾ ਨਾਲ। ਠੀਕ ਹੈ ਜੀ। ਇਹ ਤੁਸੀਂ ਕੀ ਯਾਦ ਕਰ ਲੈਣਾ। ਬਾਕੀ 3 ਦਰੇ ਜਿਹੜੇ ਕਿ ਛੋਟੇ ਹੈਗੇ ਆ ਧਰਮਾ, ਨੀਤੀ, ਮਨਾ। ਠੀਕ ਹੈ ਜੀ। ਇਹ 3 ਦਰੇ ਤੁਸੀਂ ਯਾਦ ਕਰ ਲੈਣੇ। ਦੇਖੋ ਮੈਂ ਯਾਦ ਕੀਤੇ ਹੋਏ ਆ ਤਾਂ ਤੁਹਾਨੂੰ ਵੀ ਮੈਂ ਯਾਦ ਕਰਵਾ ਕੇ ਰਹੂੰਗਾ, ਇਹ ਮੇਰੀ ਗਾਰੰਟੀ ਹੈਗੀ ਆ। ਇਸ ਤੋਂ ਵੱਧ ਕੇ ਮੈਂ ਹੋਰ ਕੁਝ ਨਹੀਂ ਕਹਿ ਸਕਦਾ। ਜੇ ਤੁਸੀਂ ਮੇਰੇ ਨਾਲ ਇਸ ਕਲਾਸ ਵਿੱਚ ਵੀ ਜੁੜੇ ਹੋਏ ਨਾ ਤਾਂ ਤੁਹਾਨੂੰ ਜਾਂਦਿਆਂ ਤੱਕ ਕੀ ਹੈ ਮੈਂ ਯਾਦ ਕਰਵਾ ਕੇ ਜਾਊਂਗਾ। ਠੀਕ ਹੈ। ਬਸ ਤੁਸੀਂ ਕੀ ਹੈ ਹੈੱਡਫੋਨ ਲਗਾ ਲਓ, ਈਅਰਫੋਨ ਲਗਾ ਲਓ, ਕੰਨ 'ਚ ਬਸ ਸੁਣਦੇ ਆਇਓ ਮੇਰੀ ਗੱਲ ਨੂੰ। ਆਪਾਂ ਇੰਨਾ ਸੀਰੀਅਸ ਹੋ ਕੇ ਵੀ ਨਹੀਂ ਚੱਲਦੇ। ਤੁਸੀਂ ਕਹੋ ਨਾ ਕਿ ਬਹੁਤ ਜ਼ਿਆਦਾ ਸਰ ਸੀਰੀਅਸ ਪੜ੍ਹਾ ਰਿਹਾ, ਮੈਂ ਸੀਰੀਅਸ ਬਿਲਕੁਲ ਵੀ ਨਹੀਂ ਪੜਾਊਂਗਾ। ਬਿਲਕੁਲ ਇੱਦਾਂ ਪੜਾਊਂਗਾ ਜਿਵੇਂ ਤੁਹਾਡਾ ਕੀ ਹੈ ਭਰਾ ਤੁਹਾਨੂੰ ਸਮਝਾ ਰਿਹਾ, ਤੁਹਾਡਾ ਮਿੱਤਰ ਸਮਝਾ ਰਿਹਾ। ਠੀਕ ਹੈ ਜੀ। ਤਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ। ਤਾਂ ਕਿਹੜੇ 3 ਦਰੇ ਹੋ ਗਏ, ਇੱਕ ਜਿਹੜਾ ਵੱਡਾ ਦਰਾ ਲੇਖਪੁਰਾ ਦਰਾ ਹੋ ਗਿਆ। ਉਸ ਤੋਂ ਬਾਅਦ ਕੀ ਆਪਾਂ 2 ਹਿੱਸੇ ਦੇਖ ਲਏ, ਕਮਾਈਯੂ ਹਿੱਸਾ ਤੇ ਗੜਵਾਲ ਹਿੱਸਾ। ਠੀਕ ਹੈ ਜੀ। ਇਹ ਤੁਸੀਂ ਯਾਦ ਕਰ ਲਿਆ, ਨੋਟ ਕਰ ਲਓ ਕਾਪੀ ਤੇ, ਤਾਂ ਤੁਸੀਂ ਕੀ ਆ ਯਾਦ ਵਧੀਆ ਰੱਖੋਗੇ। ਤਾਂ ਉਸ ਤੋਂ ਬਾਅਦ ਆਪਣੇ ਕੋਲ ਕੀ ਹੁੰਦਾ ਜੀ ਇਹਨਾਂ ਦੇ ਪ੍ਰਮੁੱਖ ਸ਼ਹਿਰਾਂ ਬਾਰੇ ਚੱਲਾਂਗੇ। ਪ੍ਰਮੁੱਖ ਸ਼ਹਿਰਾਂ ਬਾਰੇ ਚੱਲਾਂਗੇ ਤਾਂ ਪਹਿਲਾਂ ਆਪਾਂ ਕਰਾਂਗੇ ਯਾਦ ਕਰਾਂਗੇ ਰਾਜਧਾਨੀ। ਠੀਕ ਹੈ ਜੀ। ਤਾਂ ਕੀ ਉੱਤਰਾਖੰਡ ਦੀ ਰਾਜਧਾਨੀ ਜਿਹੜੀ ਸੀ ਉਹ ਦੇਹਰਾਦੂਨ ਹੈਗੀ ਹੈ। ਠੀਕ ਹੈ ਜੀ। ਕਿਹੜੀ ਹੈ ਦੇਹਰਾਦੂਨ। ਦੇਹਰਾਦੂਨ ਤੁਹਾਨੂੰ ਮੈਪ ਤੇ ਆ ਗਈ ਹੋਣੀ, ਦੇਖ ਲਓ ਮੈਪ ਦੇ ਉੱਪਰ ਆਊਗੀ ਦੇਹਰਾਦੂਨ। ਦੇਹਰਾਦੂਨ ਕੀ ਹੈ ਜੀ ਆਪਣੇ ਕੋਲ ਜਿਹੜਾ ਇੱਕ ਤਾਂ ਯਾਦ ਕਰ ਲਓ ਕਿ IMA ਕੀ IMA ਇੰਡੀਅਨ ਮਿਲਟਰੀ ਅਕੈਡਮੀ। ਠੀਕ ਹੈ ਜੀ। ਇਹ ਕਿੱਥੇ ਹੈਗੀ ਆ ਦੇਹਰਾਦੂਨ ਵਿੱਚ ਹੈਗੀ ਆ। ਦੂਸਰੀ ਗੱਲ ਕੀ ਹੈ ਸ਼ਹਿਰ ਦੀ ਫੇਮਸ ਹੈਗੀ ਆ ਤਾਂ ਇੱਥੇ ਕੀ ਹੈ ਜੀ ਜੰਗਲ ਅਨੁਸੰਧਾਨ ਕੇਂਦਰ ਹੈਗਾ। ਸਭ ਤੋਂ ਮੇਨ ਇੰਪੋਰਟੈਂਟ
ਜਿਹੜਾ ਕੀ ਹੈ ਜੀਓਗ੍ਰਾਫੀ ਹੈ ਉਹ ਕੀ ਹੈ ਜੰਗਲ ਅਨੁਸੰਧਾਨ ਕੇਂਦਰ, ਮਤਲਬ ਜੰਗਲ ਨੂੰ ਜਿਹੜੀ ਸੁਰੱਖਿਆ ਕਰਨ ਵਾਲੇ ਨਿਯਮ ਬਣਾਏ ਜਾਂਦੇ ਆ, ਜਿਹੜੇ ਜੰਗਲਾਂ ਬਾਰੇ ਕੀ ਹੈ ਕਾਨੂੰਨੀ ਤੌਰ ਤੇ ਜਿਹੜੇ ਆਪਣੇ ਕਾਨੂੰਨ ਬਣਾਏ ਜਾਂਦੇ ਆ ਉਹ ਕਿਤੇ ਦੇਹਰਾਦੂਨ ਤੋਂ ਹੋ ਕੇ ਹੁੰਦੇ ਆ ਜੰਗਲਾਂ ਬਾਰੇ। ਠੀਕ ਹੈ ਜੀ। ਉਸ ਤੋਂ ਬਾਅਦ ਤੀਸਰੀ ਗੱਲ ਇੱਥੋਂ ਦੀ ਕੀ ਹੈਗੀ ਹੈ ਜੀ, ਤਾਂ ਤੀਸਰੀ ਗੱਲ ਹੈਗੀ ਆ ਜਿਹੜੇ ਆਪਾਂ ਮੈਪ ਬਣਾਉਣੇ, ਜੋ ਮੈਂ ਪੜ੍ਹਾ ਰਿਹਾ ਨਾ, ਜਿਹੜੇ ਮੈਪ ਹੈਗੇ ਆਪਣੇ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ ਹੈਗੇ ਆ ਭਾਰਤ ਦੇ ਹੋ ਗਏ ਜਾਂ ਵਰਲਡ ਦੇ ਹੋ ਗਏ, ਤਾਂ ਉਹ ਵੀ ਕਿਹੜੀ ਪਰਮਿਸ਼ਨ ਮਿਲਦੀ ਹੈ, ਤਾਂ ਉਹ ਦੇਹਰਾਦੂਨ ਤੋਂ ਹੀ ਮਿਲਦੀ ਹੈ। ਲੱਗੀ ਸਮਝ? ਕਿਹੜੀ ਚੀਜ਼ ਹੋ ਗਿਆ, ਦੋ ਚੀਜ਼ਾਂ ਯਾਦ ਹੋ ਗਈਆਂ, IMA ਦੇ ਨਾਲ ਕੀ ਆਪਣੇ ਕੋਲ ਇੱਥੇ ਮੈਪ ਬਣਾਉਣ ਦੇ ਕੀ ਆ ਮਿਲਦੇ ਹੈਗੇ ਆ परमिशन वगैरह मिलती है। ठीक है जी। तो ऊपर जाओगे, ऊपर है की है मसूरी हैगा, देहरादून तो जस्ट ऊपर की है जी मसूरी हैगा। मसूरी की है जी IAS ਜਿਹੜੇ ਬਣਦੇ ਹੈਗੇ ਆ ਉਹਨਾਂ ਦੀ ਕੀ ਹੈ ਟ੍ਰੇਨਿੰਗ ਸੈਂਟਰ ਹੈਗਾ। ਠੀਕ ਹੈ ਜੀ। ਦੇਖੋ ਤੁਸੀਂ ਵੀ ਜਾਓ, ਵਧੀਆ ਦੇਖ ਕੇ ਆਓਗੇ। ਜੇ ਤੁਹਾਨੂੰ ਕਦੀ ਮਨ ਹੋਵੇ ਦੇਹਰਾਦੂਨ ਜਾਓ ਘੁੰਮਣ ਵਾਸਤੇ ਤਾਂ ਇਹ ਚੀਜ਼ਾਂ ਜ਼ਰੂਰ ਦੇਖ ਕੇ ਆਓ, ਕਿਉਂਕਿ ਘੁੰਮਣ ਨਾਲ ਕੀ ਹੈ ਗਿਆਨ ਵੱਧਦਾ ਰਹਿੰਦਾ ਹਮੇਸ਼ਾ ਹੀ। ਇਹ ਕਿ ਹਮੇਸ਼ਾ ਇਹ ਕਰਨਾ ਨੈਚੁਰਲ ਹੈ। ਜੇ ਮੈਂ ਕਿਸੇ ਚੀਜ਼ ਨੂੰ ਦੇਖ ਲੂੰਗਾ ਅੱਜ ਤਾਂ ਭਾਵੇਂ ਮੈਨੂੰ ਕੀ ਹੈ 10 ਸਾਲਾਂ ਬਾਅਦ ਵੀ ਉਹਦੇ ਬਾਰੇ ਪ੍ਰਸ਼ਨ ਪੁੱਛੋਗੇ ਤਾਂ ਵੀ ਮੈਂ ਦੇ ਦੂੰਗਾ ਉੱਤਰ, ਕਿਉਂਕਿ ਮੈਂ ਦੇਖੀ ਹੋਈ ਹੋਊਗੀ, ਹੈ ਨਾ। ਤਾਂ ਦੇਖ ਕੇ ਬਾਅਦ ਕੀ ਚੀਜ਼ ਹਮੇਸ਼ਾ ਮੈਂ ਤਾਂ ਹੀ ਕਰਕੇ ਕੀ ਹੈ ਪਿੱਛੇ ਮੈਂ ਤੁਹਾਨੂੰ ਹਰੇਕ ਚੀਜ਼ ਸਲਾਈਡ ਚਲਦੀ ਰਹਿੰਦੀ ਹੈ, ਜੋ ਮੈਂ ਬੋਲਦਾ ਸਲਾਈਡ ਚਲਦੀ ਰਹਿੰਦੀ ਹੈ। ਕਿਉਂ ਚਲਦੀ ਰਹਿੰਦੀ ਹੈ? ਕਿਉਂਕਿ ਤੁਹਾਡੇ ਮਾਈਂਡ ਸੈੱਟ 'ਚ ਆ ਜਾਵੇ ਕਿ ਹਾਂ ਸਰ ਨੇ ਪੜ੍ਹਾਇਆ ਹੈਗਾ, ਇਹ ਚੀਜ਼ ਇੱਥੇ ਹੈਗੀ ਹੈ। ਠੀਕ ਹੈ। ਤਾਂ ਕੀ ਹੈ ਤੁਸੀਂ ਆਪਦਾ ਮੈਪ ਲੈ ਲਓ, ਇੱਕ ਇੰਡੀਅਨ ਮੈਪ ਮਿਲਦਾ ਹੈਗਾ। ਤੁਹਾਨੂੰ ਮੈਂ ਪਹਿਲੇ ਦੱਸਿਆ ਐਟਲਸ ਹੈਗਾ ਮੇਰੇ ਕੋਲ, ਖਾਨ ਸਰ ਦਾ ਹੈਗਾ ਐਟਲਸ। ਉਹਦੇ 'ਚ ਕੀ ਸਭ ਤੋਂ ਬੈਸਟ ਚੀਜ਼ ਹੈਗੀ ਆ, ਜੋ ਮੈਂ ਚੀਜ਼ ਪੜਾਊਂਗਾ ਉਹ ਹਰੇਕ ਚੀਜ਼ ਤੁਹਾਨੂੰ ਉਹਦੇ 'ਚ ਮਿਲੇਗੀ, ਮੈਂ ਜੋ ਨਹੀਂ ਪੜਾਊਂਗਾ ਉਹ ਵੀ ਤੁਹਾਨੂੰ ਉਹਦੇ 'ਚ ਮਿਲੇਗੀ। ਸਮਝ ਲੱਗੀ? ਬਾਕੀ ਆਪਾਂ ਜਿਹੜੀ ਇੰਪੋਰਟੈਂਟ ਚੀਜ਼ਾਂ ਹੈਗੀਆਂ ਉਹ ਕਰਦੇ ਰਵਾਂਗੇ, ਪਰ ਹਾਂ ਬਕਾਇਦਾ ਤੁਸੀਂ ਕੀ ਹੈ ਪੜ੍ਹਦੇ ਰਹੋ। ਜੇ ਤੁਸੀਂ ਉਰਾ ਪਰਾਂ ਚੱਕਰ ਪਕਰ ਕਰੋਗੇ ਫਿਰ ਨਹੀਂ ਹੋਣਾ, ਲਾਲ ਨੀਲਾ ਹਰਾ ਪੀਲਾ ਕਰੋਗੇ ਤਾਂ ਕੁਝ ਨਹੀਂ ਹੋਣਾ, ਕੁਝ ਬਣਨ ਵਾਲਾ ਨਹੀਂ ਤੁਹਾਡਾ। ਹਮੇਸ਼ਾ ਕੀ ਹੈ ਪੜੋ ਤਾਂ ਐਦਾਂ ਪੜੋ ਕਿ ਕੋਈ ਹੈ ਹੀ ਨਹੀਂ। ਬਸ ਮੈਂ ਇਹ ਨਹੀਂ ਕਹਿੰਦਾ 6 ਘੰਟੇ ਪੜੋ, 1 ਘੰਟਾ ਪੜ੍ਹ ਜਾਓ ਬਹੁਤ ਹੈ। ਮੇਰੇ ਹਿਸਾਬ ਨਾਲ ਕੀ ਹੈ 1-2 ਘੰਟੇ ਪੜੋਗੇ ਤਾਂ ਬਹੁਤ ਹੈ, ਭਾਵੇਂ ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਐਗਜ਼ਾਮ ਹੋਵੇ ਤਾਂ ਵੀ ਕਲੀਅਰ ਹੋ ਜਾਊਗਾ ਸਿਰਫ 2 ਘੰਟੇ ਪੜ੍ਹਨ ਨਾਲ। ਪਰ ਹਾਂ 2 ਘੰਟੇ ਜੇਕਰ ਪੜ੍ਹਦੇ ਪਏ ਹੋ ਨਾ, ਜਿਹਦੇ 'ਚ ਆ ਕੇ ਤੁਹਾਡਾ ਜਮਾ ਜਿਹੜਾ ਜਾਣ ਤੋਂ ਵੀ ਵੱਧ ਕੇ ਪਿਆਰਾ ਨਾ ਉਹ ਵੀ ਸਾਹਮਣੇ ਆ ਕੇ ਖੜ ਜਾਣਾ, ਤੁਹਾਨੂੰ ਕਹਿ ਦੋ ਕਿ ਹਜੇ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਪੜ੍ਹੀ ਜਾਣਾ। ਸਿਰਫ 2 ਘੰਟੇ ਬਾਅਦ ਆ ਜੀ, ਘੰਟੇ ਬਾਅਦ ਆ ਜੀ, 10 ਮਿੰਟ ਬਾਅਦ ਆਪਣਾ। ਪਰ ਹਾਂ ਉਹਨੂੰ ਇੱਕ ਨਾ ਜ਼ਰੂਰ ਕਰੋ। ਜਦੋਂ ਤੁਸੀਂ ਆ ਨਾ ਕਰਨੀ ਸਿੱਖ ਨਾ, ਸਮਝ ਤੁਹਾਡਾ ਪੇਪਰ ਕਲੀਅਰ ਹੈ। ਤੇ ਦੂਸਰੀ ਗੱਲ ਜਿਹੜਾ ਮੈਂ ਪੜ੍ਹਾ ਰਿਹਾ ਉਹਨੂੰ ਰਿਵਾਈਜ਼ ਕਰਦੇ ਰਹੋ। ਬਸ ਇਹ 2 ਜਿਹੜੇ ਹੈਗੇ ਮੰਤਰ ਆਦੇ ਜ਼ਿੰਦਗੀ 'ਚ ਇੰਪਲੀਮੈਂਟ ਕਰ ਲਓ। 6 ਘੰਟੇ 8 ਘੰਟੇ ਪੜ੍ਹਨ ਵਾਲੇ ਵੀ ਕੀ ਹੈ ਐਵੇਂ ਤੁਰੇ ਫਿਰਦੇ ਆ, ਕੁਛ ਨਹੀਂ ਹੁੰਦਾ ਉਹਨਾਂ ਕੋਲੋਂ। ਕਿਉਂ ਨਹੀਂ ਹੁੰਦਾ? ਕਿਉਂਕਿ ਉਹ ਕੀ ਹੈ 10 ਮਿੰਟ ਪੜ੍ਹਦੇ ਆ, 15 ਮਿੰਟ ਪੜ੍ਹਦੇ ਆ, ਫਿਰ ਕਿਤੇ ਹੋਰ ਚਲੇ ਗਏ, ਕਿਤੇ ਹੋਰ ਚਲੇ ਗਏ, ਮੈਂ ਪੜ੍ਹ ਰਿਹਾ। ਉਹ ਨਹੀਂ ਪੜ੍ਹਦੇ। ਘੰਟਾ ਪੜ੍ਹਨਾ ਬਹੁਤ ਆ, ਘੰਟੇ 2 ਘੰਟੇ ਮੈਂ ਕਹਿੰਦਾ ਬਸ ਜ਼ਿਆਦਾ ਹੈਗੇ ਆ। ਇੰਨਾ ਪੜ੍ਹ ਲਓ ਬਹੁਤ ਹੈਗਾ, ਕਿਉਂਕਿ ਇੰਨਾ ਹੀ ਤੁਹਾਨੂੰ ਕੀ ਹੈ ਪੇਪਰ ਜ਼ਿਆਦਾ ਨਹੀਂ ਪੁੱਛਿਆ ਜਾਂਦਾ, ਇੰਨਾ ਕੋਈ ਹੁੰਦਾ ਹੈਗਾ ਕਿ ਬੰਦਾ ਹਾਂ ਵੀ ਨੌਲੇਜ ਚੈੱਕ ਹੋ ਜਾਏ ਬੰਦੇ ਦੀ ਵੀ ਹਾਂ ਠੀਕ ਹੈਗਾ। ਪੰਜਾਬ ਦੇ ਐਗਜ਼ਾਮ ਤਾਂ ਉਸ ਤੋਂ ਨਾਲੋਂ ਵੀ ਸਿੰਪਲ ਹੁੰਦੇ ਆ, ਤੁਹਾਨੂੰ ਪਤਾ ਹੀ ਹੈਗਾ। ਠੀਕ ਹੈ। ਤਾਂ ਆਪਾਂ ਗੱਲ ਕਰਦੇ ਗਏ ਆ ਉੱਤਰਾਖੰਡ ਦੀ। ਤਾਂ ਆਪਾਂ ਕਿਹੜਾ ਦੇਖ ਲਿਆ? ਦੇਹਰਾਦੂਨ ਦੇਖ ਲਿਆ ਤੇ ਮਸੂਰੀ ਦੇਖ ਲਿਆ। ਠੀਕ ਹੈ ਜੀ। ਉਸ ਤੋਂ ਬਾਅਦ ਥੱਲੇ ਆਵਾਂਗੇ ਤਾਂ ਆਪਣੇ ਕੋਲ ਹੈਗਾ ਰਿਸ਼ੀਕੇਸ਼। ਰਿਸ਼ੀਕੇਸ਼ ਕੀ ਹੈ ਜੀ ਆਪਣੇ ਕੋਲ ਜਿਹੜਾ ਹੈਗਾ ਝੂਲਾ ਹੈਗਾ ਲక్ష్మణ ਝੂਲਾ, ਜਿਹੜਾ ਜਿਹਨੂੰ ਕਹਿੰਦੇ ਹੈਗੇ ਆ, ਤਾਂ ਉਹਨੂੰ ਕੀ ਹੈ ਜੀ ਰਿਸ਼ੀਕੇਸ਼ ਹੈਗਾ। 2 ਮਿੰਟ ਰੁਕੋ। ਹਾਂਜੀ ਤਾਂ ਥੱਲੇ ਕੀ ਹੈ ਰਿਸ਼ੀਕੇਸ਼ ਹੈਗਾ। ਪਸੀਨਾ ਬਹੁਤ ਆ ਰਿਹਾ ਮੈਨੂੰ, ਕਿਉਂਕਿ ਨਾ ਇੱਥੇ ਸਿਰਫ ਬਲਬ ਲੱਗਿਆ ਹੋਇਆ, ਉੱਪਰ ਫੈਨ ਵੀ ਨਹੀਂ ਹੈ, ਨਾ ਛੱਤ ਵਾਲਾ ਹੈਗਾ, ਨਾ ਕੋਈ ਪੂਰਾ ਰੂਮ ਬੰਦ ਹੈਗਾ। ਉੱਪਰੋਂ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈਗਾ, ਤਾਂ ਕਰਕੇ ਥੋੜਾ ਜਿਹਾ ਪਸੀਨਾ ਆਇਆ ਨਾ ਤਾਂ ਉਹ ਸਾਫ਼ ਕੀਤਾ। ਠੀਕ ਹੈ ਜੀ। ਤਾਂ ਦੇਖੋ ਕੀ ਹੈ ਥੱਲੇ ਆਪਾਂ ਆਵਾਂਗੇ ਤਾਂ ਆਪਣੇ ਕੋਲ ਹੈਗਾ ਰਿਸ਼ੀਕੇਸ਼। ਰਿਸ਼ੀਕੇਸ਼ ਕੀ ਹੈ ਜੀ ਆਪਣੇ ਕੋਲ ਲక్ష్మణ ਝੂਲਾ ਹੈਗਾ। ਝੂਲਤਾ ਹੋਇਆ ਜਿਹੜਾ ਹੈਗਾ ਲక్ష్మణ ਝੂਲਾ ਜਿਹੜਾ ਹੈਗਾ ਉਹ ਸਭ ਤੋਂ ਵਧੀਆ ਹੈਗਾ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈਗਾ ਜਿਹੜੀ ਕਿ ਰਿਸ਼ੀਕੇਸ਼ 'ਚ ਆਪਾਂ ਨੂੰ ਦਵਾਈਆਂ ਦਵਾਈਆਂ ਬਹੁਤ ਜ਼ਿਆਦਾ ਕੀ ਉਤਪਾਦਨ ਰਿਸ਼ੀਕੇਸ਼ ਤੋਂ ਹੁੰਦੇ ਆ। ਰਿਸ਼ੀਕੇਸ਼ ਕੀ ਜੇ ਥੋੜਾ ਜਿਹਾ ਪਹਾੜੀ ਇਲਾਕਾ ਹੈਗਾ, ਉੱਥੋਂ ਕੀ ਆਪਾਂ ਨੂੰ ਬਹੁਤ ਵਧੀਆ ਜੜੀ ਬੂਟੀਆਂ ਮਿਲਦੀਆਂ ਨੇ। ਜੜੀ ਬੂਟੀਆਂ ਤੋਂ ਕੀ ਆਪਣੀਆਂ ਦਵਾਈਆਂ ਤਿਆਰ ਹੁੰਦੀਆਂ। ਠੀਕ ਹੈ। ਜਦੋਂ ਮੈਂ ਤੁਹਾਨੂੰ ਜੀਓਗ੍ਰਾਫੀ ਪੂਰੀ ਪੜਾਉਂਗਾ ਨਾ, ਉਦੋਂ ਮੈਂ ਤੁਹਾਨੂੰ ਸਮਝਾਉਂਗਾ ਕਿ ਕਿਹੜੀ ਜਿਹੜੀ ਦਵਾਈ ਹੈਗੀ ਆ, ਕਿਹੜੀ ਜਿਹੜੇ ਕਾਪਰ ਹੈਗੇ ਆ, ਕਿਹੜੀ ਜਿਹੜੇ ਆਪਣੇ ਖਦਾਨਾਂ ਹੈਗੀਆਂ, ਕਿੱਥੋਂ ਕਿਹੜੀ ਚੀਜ਼ ਮਿਲਦੀ ਆ। ਠੀਕ ਹੈ। ਇਹ ਚੀਜ਼ ਸਾਰਾ ਹਿੱਸਾ ਹੈਗਾ ਜੀਓਗ੍ਰਾਫੀ ਦਾ, ਜਾਂ ਫਿਰ ਜਦੋਂ ਆਪਾਂ ਮੈਪ ਐਂਡ ਕਰਾਂਗੇ ਉਦੋਂ ਪੜਾਉਂਗਾ।
ਠੀਕ ਹੈ। ਉਸ ਤੋਂ ਪਹਿਲਾਂ ਕਿ ਤੁਸੀਂ ਬਸ ਇੰਨਾ ਯਾਦ ਕਰ ਲਓ ਕਿ ਹਾਂ ਰਿਸ਼ੀਕੇਸ਼ ਜਿਹੜਾ ਹੈਗਾ ਉਹ ਉੱਤਰਾਖੰਡ ਵਿੱਚ ਹੈਗਾ ਤੇ ਉੱਥੇ ਕੀ ਦਵਾਈਆਂ ਮਿਲਦੀਆਂ ਨੇ, ਬਸ ਇੰਨਾ ਕੁ ਯਾਦ ਕਰ ਲਓ। ਜੇ ਇੰਨਾ ਕੁ ਵੀ ਯਾਦ ਨਹੀਂ ਹੁੰਦਾ ਨਾ ਫਿਰ ਮੈਨੂੰ ਲੱਗਦਾ ਤੁਹਾਡਾ ਔਖਾ ਹੀ ਹੈ, ਠੀਕ ਹੈ। ਇੰਨਾ ਕੁ ਯਾਦ ਕਰ ਲਓ, ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਰਿਸ਼ੀਕੇਸ਼ ਦੀ। ਆਪਾਂ ਗੱਲ ਕਰ ਲਈ ਰਿਸ਼ੀਕੇਸ਼ ਕੀ ਹੈ, ਇੱਕ ਤਾਂ ਲక్ష్మణ ਝੂਲਾ, ਦੂਸਰੀ ਕੀ ਹੈ ਦਵਾਈਆਂ ਦਾ ਅਨੁਸੰਧਾਨ ਕੇਂਦਰ, ਠੀਕ ਹੈ। ਤਿੰਨ ਆਪਾਂ ਅਨੁਸੰਧਾਨ ਕੇਂਦਰ ਕਰ ਲਏ ਇੱਥੇ। ਇੱਕ ਤਾਂ ਦੇਹਰਾਦੂਨ ਵਿੱਚ ਕਿਹੜਾ ਜੀ ਮੈਪ ਬਣਾਉਣ ਲਈ, ਦੂਸਰਾ ਆਪਾਂ ਕਿੱਥੇ ਕੀਤਾ ਤਾਂ ਆਪਾਂ ਕਰਾਂਗੇ ਥੱਲੇ ਜਦੋਂ ਆਵਾਂਗੇ ਰੁੜਕੀ ਵਿੱਚ, ਠੀਕ ਹੈ ਜੀ। ਤਾਂ ਉਹ ਤੋਂ ਆਪਾਂ ਦੂਜਾ ਹੁਣ ਕਿਹੜਾ ਕਰ ਲਿਆ ਦੂਸਰਾ, ਤਾਂ ਆਪਾਂ ਕਰ ਲਿਆ ਜੀ ਕਿਹੜਾ ਆਪਣਾ ਮਸੂਰੀ ਤੋਂ ਬਾਅਦ ਕਿਹੜਾ ਸੀ ਰਿਸ਼ੀਕੇਸ਼, ਠੀਕ ਹੈ ਜੀ। ਰਿਸ਼ੀਕੇਸ਼ ਕਿਹੜਾ ਆਪਾਂ ਕੀਤਾ ਸੀਗਾ ਜਿਹੜਾ ਆਪਣਾ ਦਵਾਈਆਂ ਦਾ ਅਨੁਸੰਧਾਨ ਕੇਂਦਰ, ਠੀਕ ਹੈ ਜੀ। ਇਹ ਆਪਾਂ ਕਰ ਚੁੱਕੇ ਹੈਗੇ ਆ। ਹੁਣ ਦੇਖੋ ਤੀਸਰੀ ਗੱਲ ਆਪਾਂ ਗੱਲ ਕਰਦੇ ਹਾਂ ਰਿਸ਼ੀਕੇਸ਼ ਬਾਰੇ। ਰਿਸ਼ੀਕੇਸ਼ ਕੀ ਹੈ ਜੀ, ਘੁੰਮਣ ਵਾਲੀ ਜਗ੍ਹਾ ਵੀ ਹੈਗੀ ਹੈ। ਜੇਕਰ ਪਰਯਟਨ ਲਈ ਜਾਓਗੇ ਤਾਂ ਉੱਥੇ ਕਿ ਤੁਹਾਨੂੰ ਵਧੀਆ ਪਹਾੜੀਆਂ ਵਿਖਣਗੀਆਂ, ਫੁੱਲ ਬੂਟੇ ਵਗੈਰਾ ਵਧੀਆ ਵਿਖਣਗੀਆਂ, ਤਾਂ ਕਿ ਮਤਲਬ ਮੰਨਣ ਕਿ ਜਦੋਂ ਐਕਸਾਈਟੀਫਿਕੇਸ਼ਨ ਜਿਹੜੀ ਹੈ ਨਾ ਮਤਲਬ ਕਿ ਅੰਦਰੋਂ ਜਿਹੜੀ ਵਧੀਆ ਲੱਗਦੀ ਆ ਇਹ ਕਿ ਤੁਹਾਡਾ ਜਦੋਂ ਜੌਬ ਹੋ ਜਾਏਗੀ ਉਸ ਤੋਂ ਬਾਅਦ ਜਦੋਂ ਤੁਸੀਂ ਸਮਰ ਵਕੇਸ਼ਨ ਲਈ ਜਾਓਗੇ ਤਾਂ ਇਹ ਚੀਜ਼ਾਂ ਬਹੁਤ ਵਧੀਆ ਘੁੰਮਣ ਵਾਸਤੇ। ਰਾਣੀ ਕੇ ਦਲਹੌਜੀ ਵਗੈਰਾ ਬਹੁਤ ਵਧੀਆ, ਮਤਲਬ ਤੁਸੀਂ ਕਹਿ ਨਹੀਂ ਸਕਦੇ ਕਿ ਇੰਨੀਆਂ ਵਧੀਆ ਹੈਗੀਆਂ ਨੇ ਘੁੰਮਣ ਲਈ, ਠੀਕ ਹੈ। ਤਾਂ ਕੀ ਹੈ ਕਦੋਂ ਜਾਣਾ ਤੁਸੀਂ, ਜਦੋਂ ਤੁਹਾਡੀ ਜੌਬ ਹੋ ਜੇ ਆਪਣਾ ਵਿਆਹ ਕਰਾ ਕੇ ਆਰਾਮ ਨਾਲ ਜਾਇਓ ਘੁੰਮਣ ਫਿਰਨ, ਠੀਕ ਹੈ। ਬਿਨਾਂ ਵਿਆਹ ਕਰਾਏ ਵੀ ਜਾ ਸਕਦੇ ਹੋ, ਕੋਈ ਇਹੋ ਜਿਹੀ ਪਾਬੰਦੀ ਨਹੀਂ ਹੈ ਕਿ ਤੁਸੀਂ ਕਹੋ ਸਰ ਨੇ ਕਿਹਾ ਕਿ ਵਿਆਹ ਕਰਾ ਕੇ ਹੀ ਜਾਣਾ ਹੈਗਾ ਤਾਂ ਉਹੋ ਜੀ ਕੋਈ ਤੁਹਾਨੂੰ ਗੱਲ ਨਹੀਂ ਗੀ। ਪਰ ਹਾਂ ਜੌਬ ਲੱਗ ਕੇ ਜਾਇਓ, ਮਾਂ ਪਿਓ ਦੇ ਪੈਸੇ ਤੇ ਜਾਓਗੇ ਤਾਂ ਉਹਨਾਂ ਸਵਾਦ ਨਹੀਂ ਆਉਣਾ, ਇੰਨੀ ਗੱਲ ਮੇਰੀ ਗਾਰੰਟੀ ਹੈ। ਜਦੋਂ ਤੁਹਾਡੇ ਕੋਲ ਆਦਾ ਪੈਸਾ ਹੋਊਗਾ ਤਾਂ ਫਿਰ ਪੈਸਾ ਫੂਕਣ ਨੂੰ ਆਪ ਨੂੰ ਨਜ਼ਾਰਾ ਆਉਂਦਾ ਹੈ ਨਾ, ਕਿਉਂਕਿ ਨਾ ਤੁਹਾਨੂੰ ਕਹਿਣ ਵਾਲਾ ਹੋਊਗਾ ਨਾ ਕੋਈ ਕੁਛ, ਨਾ ਕੋਈ ਪੈਸੇ ਦੀ ਟੈਨਸ਼ਨ, ਕਿਉਂਕਿ ਆਦੀ ਨੌਕਰੀ ਹੋਵੇਗੀ। ਜੇ ਮਰਜ਼ੀ ਜਾਇਓ, ਜੇ ਮਰਜ਼ੀ ਖੁੱਲਾ ਘੁੰਮੋ ਪੀਓ ਖਾਓ ਜੋ ਮਰਜ਼ੀ ਕਰੋ, ਉਹ ਤੁਹਾਡੀ ਸਿਰਦਰਦੀ ਹੈ, ਠੀਕ ਹੈ। ਤਾਂ ਕੀ ਹੈ ਪਹਿਲਾਂ ਜੌਬ ਜ਼ਰੂਰੀ ਹੈ ਹਮੇਸ਼ਾ, ਕੀ ਹੈ ਹਮੇਸ਼ਾ ਸਟੈਂਡ ਜ਼ਰੂਰੀ ਹੁੰਦਾ ਲਾਈਫ ਦਾ, ਉਸ ਤੋਂ ਬਾਅਦ ਸਾਰੇ ਕੰਮ ਹੁੰਦੇ ਰਹਿੰਦੇ ਯਾਰ। ਕਿਹੜਾ ਬੰਦਾ ਤੁਹਾਨੂੰ ਕਹਿੰਦਾ ਕਿ ਬਸ 6 ਮਹੀਨੇ ਹੀ ਹੁੰਦੇ ਆ, ਮੈਂ ਕਹਿੰਦਾ ਵੱਧ ਤੋਂ ਵੱਧ 6 ਮਹੀਨੇ ਸਾਲ ਹੀ ਹੁੰਦਾ ਹੈਗਾ ਜਿਹੜਾ ਤੁਸੀਂ ਇੱਕਦਮ ਐਡਜਸਟ ਕਰ ਦੋ ਆਦੀ ਲਾਈਫ 'ਚ, ਠੀਕ ਹੈ। ਮੈਂ ਜਦੋਂ ਸੀਗਾ +2, ਠੀਕ ਹੈ, ਮੈਂ ਆਪਦੀ ਗੱਲ ਦੱਸਾਂ, ਮੈਂ +2 ਕੀਤੀ, ਮੈਨੂੰ ਨਹੀਂ ਪਤਾ ਸੀ ਮੈਂ ਕੀ ਕਰਨਾ। ਮੈਨੂੰ ਮੇਰੇ ਬ੍ਰਦਰ ਨੇ ਕਿਹਾ ਕਿ ਤੂੰ ਕੀ ਹੈ ਕੰਪੀਟੀਟਿਵ ਐਗਜ਼ਾਮ 'ਚ ਜਾ ਤਿਆਰੀ ਕਰ। ਮੈਨੂੰ ਬ੍ਰਦਰ ਨੇ ਮੈਨੂੰ ਆਦੇ ਵੱਲੋਂ ਨਹੀਂ ਸੀ, ਕਿਉਂਕਿ ਮੇਰਾ ਏਮ ਸੀਗਾ ਕਮਰਸ ਦਾ, ਮੈਂ ਮੇਨਲੀ ਕਮਰਸ ਦਾ ਸਟੂਡੈਂਟ ਰਿਹਾ। ਤਾਂ ਮੇਰਾ ਕੀ ਏਮ ਸੀਗਾ ਕਮਰਸ ਦਾ, ਮੈਂ CA ਬਣਨਾ ਸੀਗਾ। ਮੇਨ ਗੱਲ ਤੁਹਾਨੂੰ ਦੱਸਦਾ CA ਦੀ, ਮੈਂ ਅਕਾਊਂਟੈਂਟ ਚਾਰਟਰਡ ਬਣਨਾ ਸੀਗਾ। ਤੇ ਇਸ ਲਈ ਮੈਂ ਕੀ ਹੈ ਤੁਹਾਨੂੰ ਦੱਸਦਾ ਮੈਂ ਗੱਲ ਕਿ ਮੈਂ +2 ਦੇ ਵਿੱਚ ਹੀ ਆਪਦਾ ਕੀ ਹੈ CA ਵਾਲਾ ਸਬਜੈਕਟ ਕਰ ਰਿਹਾ ਸੀਗਾ। ਸੋਚ ਸਕਦੇ ਹੋ ਮੈਂ ਕਿੰਨੀ ਮਤਲਬ ਅੱਗੇ ਸੋਚੀ ਤਰ੍ਹਾਂ ਸੀ। ਪਰ ਅਚਾਨਕ ਕੀ ਹੈ ਮੇਰੇ ਬ੍ਰਦਰ ਨੇ ਕਿਹਾ ਕਿ ਤੂੰ ਕੀ ਆ ਇਹਦੇ ਵਿੱਚ ਕੰਪੀਟੀਟਿਵ ਐਗਜ਼ਾਮ 'ਚ ਉੱਧਰ ਬਹੁਤ ਜ਼ਿਆਦਾ ਟਾਈਮ, ਕਿਉਂਕਿ 5 ਸਾਲ ਵੈਸੇ ਲੱਗਣੇ ਸੀ, ਕਿਉਂਕਿ ਉਹਨਾਂ ਦੀ 2.5 ਸਾਲ ਦੀ ਨਾ ਮੇਰੀ ਕੀ ਸੀ ਉਹਦੇ ਨਾਲ ਇੰਟਰਨਸ਼ਿਪ ਹੋਣੀ ਸੀ CA ਨਾਲ। ਉਸ ਤੋਂ ਬਾਅਦ 5 ਸਾਲ ਤੋਂ ਬਾਅਦ ਕੀ ਆਪਦਾ ਕਰੀਅਰ ਚੂਜ਼ ਕਰਨਾ ਹੁੰਦਾ, ਨਾਲ CA ਦੇ ਰਹਿ ਕੇ ਆਪਦੀ ਪਹਿਚਾਣ ਬਣਾਉਣੀ। ਉਸ ਤੋਂ ਬਾਅਦ ਲਗਭਗ ਉਹਨੇ 10-15 ਸਾਲ ਦਾ ਇਨਵੈਸਟ ਕਰਨਾ ਪੈਂਦਾ, ਫਿਰ ਜਾ ਕੇ ਬੰਦਾ ਕੀ ਵਧੀਆ CA ਬਣਦਾ, ਠੀਕ ਹੈ। ਤਾਂ ਮੇਰੇ ਬ੍ਰਦਰ ਉਹਨਾਂ ਨੇ ਫੈਮਿਲੀ ਨੇ ਕਿਹਾ ਕਿ ਨਹੀਂ ਮਤਲਬ ਨਹੀਂ ਇੱਦਾਂ ਨਹੀਂ ਕਰਨਾ। ਉਸ ਤੋਂ ਬਾਅਦ ਮੈਂ ਕੰਪੀਟੀਟਿਵ ਐਗਜ਼ਾਮ 'ਚ ਆਇਆ, ਮੈਂ ਕਿਹਾ ਚਲੋ ਕੋਈ ਨਹੀਂ ਤਿਆਰੀ ਕਰਦੇ ਹੈਗੇ ਆ। ਫਿਰ ਉਸ ਤੋਂ ਬਾਅਦ ਤਿਆਰੀ ਕਰਨ ਲੱਗੇ ਤਾਂ ਉਸ ਤੋਂ ਬਾਅਦ ਇੰਨਾ ਕਰਦਾ ਗਿਆ ਕਿ ਬਸ ਬੰਦਾ ਕੀ ਹੈ ਪੂਰੀ ਤਰੀਕੇ ਨਾਲ ਵਿਲੀਨ ਹੋ ਗਿਆ। ਫਿਰ ਮੈਨੂੰ ਨਹੀਂ ਪਰਵਾਹ ਰਹੀ ਕਿ ਮੈਂ ਨੌਕਰੀ ਲੱਗਣਾ ਨਹੀਂ ਲੱਗਣਾ, ਪਰ ਮੈਂ ਇੱਕ ਗੱਲ ਜ਼ਰੂਰ ਸੋਚੀ ਹੈ, ਜੇ ਮੈਂ ਆਪ ਯਾਦ ਕੀਤਾ ਤਾਂ ਮੈਂ ਤੁਹਾਨੂੰ ਵੀ ਯਾਦ ਕਰਕੇ ਦਿਖਾਊਂਗਾ, ਵੀ ਤੁਸੀਂ ਵੀ ਯਾਦ ਕਰੋਗੇ ਕਿ ਕਿਸੇ ਨੇ ਪੜ੍ਹਾਇਆ ਸੀਗਾ ਤੇ ਅਸੀਂ ਪੜ੍ਹਦੇ ਪਏ ਹਾਂ, ਠੀਕ ਹੈ। ਅੱਜ ਵੀ ਜੇ ਮੈਂ ਜੌਬ ਲਈ ਜਾਵਾਂਗਾ ਤਾਂ ਮੈਨੂੰ ਪਤਾ ਵੀ ਮੇਰਾ ਸਿਲੈਕਸ਼ਨ ਹੋ ਜਾਏਗਾ, ਠੀਕ ਹੈ। ਕਿਉਂਕਿ ਮੈਂ ਤਾਂ ਨਹੀਂ ਹੁੰਦਾ ਪਿਆ ਕਿਉਂਕਿ ਮੇਰੀ ਤਾਂ BA ਕਲੀਅਰ ਨਹੀਂ ਹੈਗੀ ਹੈ, ਮੇਰੀ BA ਕੀ ਚੱਲ ਰਹੀ ਹੈਗੀ ਹੈ। ਦੂਸਰੀ ਗੱਲ ਕੀ ਹੈਗੀ ਹੈ ਕਿ ਮੈਂ ਹਜੇ ਪੰਜਾਬ GK ਨਹੀਂ ਕੀਤੀ, ਰਿਐਲਿਟੀ ਦੱਸਦਾ ਮੈਂ। ਵਰਲਡ ਕਰ ਲਿਆ, ਮੈਪ ਕਰ ਲਿਆ, ਸਭ ਕੁਝ ਕਰ ਲਿਆ, ਹਿਸਟਰੀ ਕਰ ਲਈ, ਸਭ ਕੁਝ ਕਰ ਲਿਆ, ਪਰ ਮੈਂ ਹਜੇ ਪੰਜਾਬ ਦਾ GK ਨਹੀਂ ਕੀਤਾ। ਮੈਂ ਸਿੱਧੀ ਗੱਲ ਦੱਸਦਾ ਆਦੀ ਕਿਉਂ ਨਹੀਂ ਕੀਤਾ, ਕਿਉਂਕਿ ਮੈਂ ਪਹਿਲਾਂ ਸਾਰਾ ਕੁਝ ਬਾਹਰੋਂ ਘੁੰਮ ਕੇ ਆਇਆ, ਠੀਕ ਹੈ। ਇੰਡੀਆ ਪਹਿਲਾਂ ਦੇਖਿਆ, ਵਰਲਡ, ਠੀਕ ਹੈ ਜੀ। ਸਭ ਤੋਂ ਪਹਿਲਾਂ ਮੈਂ ਵਰਲਡ ਦੇਖਿਆ, ਇੰਡੀਅਨ ਜੀਓਗ੍ਰਾਫੀ ਦੇਖੀ, ਇੰਡੀਅਨ ਮੈਪ ਦੇਖਿਆ, ਇੰਡੀਅਨ ਪੋਲਿਟੀ ਦੇਖੀ, ਫਿਜ਼ਿਕਸ ਦੇਖਿਆ, ਕੈਮਿਸਟਰੀ ਦੇਖੀ, ਬਾਇਓ ਦੇਖੀ। ਉਸ ਤੋਂ ਬਾਅਦ ਮੈਥ, ਇੰਗਲਿਸ਼, ਰੀਜ਼ਨਿੰਗ, ਠੀਕ ਹੈ। ਬਸ ਮੇਰਾ ਇੱਕ ਟੌਪਿਕ ਰਹਿ ਗਿਆ ਕਰੰਟ ਅਫੇਅਰ ਤੇ ਨਾਲ ਕੀ ਸੀਗਾ ਪੰਜਾਬ GK। ਤੇ ਮੈਂ ਸੋਚਿਆ ਮੈਂ ਕਿਹਾ ਜੇ ਪੰਜਾਬ GK ਜਿੱਦਣ ਕਰੂੰਗਾ ਤਾਂ ਇੰਨੀ ਬੈਸਟ ਕਰੂੰਗਾ ਕਿ ਕੋਈ ਪੂਰਾ YouTube ਤੇ ਕੋਈ ਬੰਦਾ ਨਹੀਂ ਹੋਣਾ ਜਿਹੜਾ ਤੁਹਾਨੂੰ ਪੰਜਾਬ GK ਮੇਰੇ ਵਰਗੀ ਪੜ੍ਹਾ ਦੇਵੇ। ਇੱਕ ਇੱਕ ਚੀਜ਼ ਨੂੰ, ਇੱਕ ਇੱਕ ਪੁਆਇੰਟ ਨੂੰ ਲੈ ਕੇ ਚੱਲਾਂਗਾ। ਜਿੱਦਣ ਮੈਂ ਕਰਾਉਣ ਆਇਆ ਇੱਥੇ ਤੁਹਾਨੂੰ ਕੀ ਹੈ ਪੰਜਾਬ GK ਤੇ ਮੈਂ ਕਰਾਊਂਗਾ। ਪਹਿਲਾਂ ਕੀ ਤੁਹਾਨੂੰ ਪੂਰਾ ਬਾਹਰੋਂ ਜਿਵੇਂ ਮੈਂ ਘੁੰਮਿਆ ਹੈਗਾ ਬਾਹਰੋਂ ਉਵੇਂ ਘੁੰਮ ਕੇ ਆਵਾਂਗੇ, ਫਿਰ ਪੰਜਾਬ ਵਿੱਚ ਵੜਾਂਗੇ ਤੇ ਪੰਜਾਬ ਵਿੱਚ ਵੜਦੇ ਸਾਰ ਪੰਜਾਬ ਵਿੱਚ ਤਬਾਹੀ ਮਾਰ ਦੇਣੀ ਆਪਾਂ। ਪੰਜਾਬ ਦਾ ਮੈਪ ਵੀ ਕਹੂਗਾ ਕਿ ਛੱਡ ਦਿਓ,
ਹੱਥ ਜੋੜੂਗਾ ਤੁਹਾਨੂੰ ਕਿ ਮੈਨੂੰ ਛੱਡ ਦੇ, ਕਿ ਮੈਂ ਤਾਂ ਤੁਹਾਨੂੰ ਯਾਦ ਐਵੇਂ ਹੀ ਹੈਗਾ ਕਿ ਤੈਨੂੰ ਇੰਨਾ ਕੁਝ ਚੱਕੀ ਫਿਰਦਾ ਦਿਮਾਗ ਤੇ ਕਿਤੇ ਫਟ ਨਾ ਜਾਵੇ। ਤਾਂ ਕਰਕੇ ਕਹਿਣਾ ਹੈਗਾ ਕਿ ਤੁਹਾਨੂੰ ਵੀ ਯਾਦ ਕਰਾਵਾਂਗੇ, ਸਾਰਾ ਕੁਝ ਯਾਦ ਕਰਾਵਾਂਗੇ, ਠੀਕ ਹੈ। ਇਹ ਟੈਨਸ਼ਨ ਨਾ ਲਿਓ। ਇਸੇ ਕਰਕੇ ਕੀ ਹੈ, ਮੈਂ ਆਪ ਵੀ ਪੜ੍ਹਦਾ ਤੇ ਤੁਹਾਨੂੰ ਵੀ ਪੜ੍ਹਾਈ ਜਾਂਦਾ। ਤਾਂ ਆਪਾਂ ਕੀ ਹੈ, ਆਪਣੇ ਟੌਪਿਕ ਤੋਂ ਨਾ ਜਾਈਏ ਕਿਤੇ ਹੋਰ। ਦੇਖੋ ਉੱਤਰਾਖੰਡ ਕੀ ਆਪਾਂ ਕਰ ਲਿਆ, ਦੇਹਰਾਦੂਨ ਕਰ ਲਿਆ, ਮਸੂਰੀ ਕਰ ਲਿਆ, ਰਿਸ਼ੀਕੇਸ਼ ਕਰ ਲਿਆ। ਉਦੋਂ ਥੱਲੇ ਆਓਗੇ ਤਾਂ ਥੱਲੇ ਕੀ ਤੁਹਾਨੂੰ ਦਿਖੇਗਾ ਆਪਣੇ ਕੋਲ ਰੁੜਕੀ। ਰੁੜਕੀ ਤੁਹਾਨੂੰ ਵੈਸੇ ਵੀ ਪਤਾ ਹੋਣਾ ਕਿ IIT ਕੀ ਹੈ, ਫੇਮਸ ਹੈਗੀ ਆ। IIT ਦੇ ਕੇ 2-3 ਜਿਹੜੇ ਥਾਵਾਂ ਨੇ ਤੁਸੀਂ ਯਾਦ ਕਰ ਲੈਣੀਆਂ। ਇੱਕ ਤਾਂ ਇੱਥੇ ਕੀ ਆ IIT ਰੁੜਕੀ, ਉਸ ਤੋਂ ਬਾਅਦ UP 'ਚ ਕਰਾਉਂਗਾ ਤੇ ਇੱਕ ਰਾਜਸਥਾਨ ਕਰਾਉਂਗਾ। ਉਹ ਤੁਹਾਨੂੰ ਜਦੋਂ ਕਿ ਮੈਪ ਕਰਾਉਂਗਾ UP ਤੇ ਰਾਜਸਥਾਨ ਦਾ, ਉਦੋਂ ਤੁਹਾਨੂੰ ਸਮਝਾ ਦਾਂਗਾ। ਇੱਥੇ ਕੀ ਤੁਸੀਂ ਯਾਦ ਕਰ ਲਓ, ਉੱਤਰਾਖੰਡ ਵਿੱਚ ਰੁੜਕੀ ਵਿੱਚ ਕੀ ਹੈ, IIT ਜਿਹੜਾ ਹੈਗਾ ਉਹ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈਗਾ, IIT ਰੁੜਕੀ ਹੈਗਾ। ਉਸ ਤੋਂ ਬਾਅਦ ਕੀ ਇਹਨਾਂ 'ਚ ਦੂਸਰੀ ਗੱਲ ਥੱਲੇ ਕੀ ਇਹਨਾਂ 'ਚ ਆਪਾਂ ਨੂੰ ਸੈਨਿਕ ਸਕੂਲ ਵੀ ਹੈਗਾ, ਠੀਕ ਹੈ ਜੀ। ਰੁੜਕੀ ਦੇ ਵਿੱਚ ਕੀ ਹੈ, ਸੈਨਿਕ ਸਕੂਲ ਵੀ ਹੈਗਾ ਜਿਹੜਾ ਕਿ ਬਹੁਤ ਵਧੀਆ ਹੈਗਾ। ਨਾਲ ਕੀ ਇੱਥੇ ਇੱਕ ਅਨੁਸੰਧਾਨ ਕੇਂਦਰ ਵੀ ਪਾਇਆ ਜਾਂਦਾ ਹੈਗਾ। ਤਾਂ ਉਹ ਕਿਹੜਾ ਜੀ, ਤਾਂ ਉੱਥੇ ਕੀ ਹੈ, ਭਵਨ ਅਨੁਸੰਧਾਨ ਕੇਂਦਰ, ਠੀਕ ਹੈ ਜੀ। ਮੈਂ ਕਿਹਾ ਸੀ ਨਾ 3 ਅਨੁਸੰਧਾਨ ਕੇਂਦਰ। ਤਾਂ ਰੁੜਕੀ ਵਿੱਚ ਕੀ ਹੈ ਜੀ, ਆਪਣੇ ਕੋਲ ਇਮਾਰਤਾਂ ਬਣਾਉਣ ਦਾ ਅਨੁਸੰਧਾਨ ਕੇਂਦਰ ਮਿਲਦਾ ਹੈ ਕਿ ਕਿੰਨੇ ਫੁੱਟ ਆਪਾਂ ਸੜਕ ਤੋਂ, ਜਦੋਂ ਮੰਨ ਲਓ ਮੇਨ ਰੋਡ ਹੈਗਾ, ਮੇਨ ਰੋਡ ਤੇ ਆਪਾਂ ਕਰ ਪਾ ਰਹੇ ਹਾਂ, ਤਾਂ ਕਿੰਨੀ ਦੂਰ ਆਪਾਂ ਨਾਲੀ ਵਾਸਤੇ ਛੱਡਣੀ ਹੈ ਜਗ੍ਹਾ, ਕਿੰਨੀ ਵਾਸਤੇ ਸਾਈਡਾਂ ਤੋਂ ਛੱਡਣੀ ਹੈ, ਜਾਂ ਕਿਵੇਂ ਆਪਾਂ ਬਿਲਡਿੰਗ ਨੂੰ ਖੜੇ ਕਰਨਾ, ਕਿੰਨੀ ਉੱਚੀ ਨਹੀਂ ਹੋ ਸਕਦੀ। ਉਹਨਾਂ ਸਾਰਿਆਂ ਦਾ ਕੀ ਹੈ, ਇੱਕ ਮੈਪ ਤਿਆਰ ਹੁੰਦਾ ਹੈ, ਠੀਕ ਹੈ। ਉਹ ਇਮਾਰਤ ਦਾ ਕੀ ਹੈ, ਪੂਰਾ ਸਟਰਕਚਰ ਬਣਦਾ ਹੈ। ਉਹਦੇ ਆਸੇ-ਪਾਸੇ ਵੇਖਿਆ ਨਾ ਵੀ ਕਿਹੜੀਆਂ ਚੀਜ਼ਾਂ ਹੈਗੀਆਂ ਨੇ। ਮੰਨ ਲਓ ਕਿਸੇ ਦਾ ਘਰ ਕੀ ਹੈ, ਬਿਲਕੁਲ ਵਿਚਾਲੇ ਹੈ, ਠੀਕ ਹੈ, ਬਿਲਕੁਲ ਵਿਚਾਲੇ ਹੈਗਾ। ਉਹਦੇ ਸਾਈਡ ਤੇ ਕੀ ਹੈ, ਸਕੂਲ ਹੈਗਾ। ਇਧਰਲੀ ਸਾਈਡ ਤੇ ਕੀ ਹੈਗਾ, ਕੋਈ ਆਪਣੇ ਕੋਲ ਗੁਰਦੁਆਰਾ ਹੋ ਸਕਦਾ ਹੈ। ਇਧਰਲੀ ਸਾਈਡ ਤੇ ਮੰਨ ਲਓ ਕੋਈ ਹੋਰ ਲੋਕਲ ਜਿਹੜੇ ਲੋਕ ਰਹਿੰਦੇ ਗਏ, ਤਾਂ ਉਹਦੀ ਕੀ ਜੇਕਰ ਉਚਾਈ ਜ਼ਿਆਦਾ ਹੋਵੇਗੀ ਤਾਂ ਸਾਈਡ ਵਾਲਿਆਂ ਨੂੰ ਦਿੱਕਤ ਹੋਵੇਗੀ, ਸਕੂਲ ਦੇ ਬੱਚਿਆਂ ਨੂੰ ਦਿੱਕਤ ਹੋਵੇਗੀ, ਠੀਕ ਹੈ। ਤਾਂ ਉਹਦੀ ਕੀ ਹੈ, ਉਚਾਈ ਵੀ ਘੱਟ ਫਿਰ ਹੋਵੇਗੀ ਇਮਾਰਤ ਦੀ। ਉਸ ਤੋਂ ਬਾਅਦ ਦੂਸਰੀ ਗੱਲ ਕੀ, ਉੱਥੇ ਕੋਈ ਜ਼ਿਆਦਾ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਹੋ ਸਕਦੀ, ਮਤਲਬ ਜਿਵੇਂ ਕਲੱਬ ਵਗੈਰਾ ਨਹੀਂ ਬਣ ਸਕਦਾ ਕਿਉਂਕਿ ਸਕੂਲ ਨੇੜੇ ਹੈਗਾ। ਦੂਸਰੀ ਗੱਲ ਕਿ ਉੱਥੇ ਕੋਈ ਮੀਟ ਮਾਸ ਨਹੀਂ ਬਣ ਸਕਦਾ ਕਿਉਂਕਿ ਨਾਲ ਕੀ ਗੁਰਦੁਆਰਾ ਜਾਂ ਮਸਜਿਦ ਹੋ ਸਕਦੀ ਹੈ ਜਾਂ ਕੁਝ ਵੀ ਹੋ ਸਕਦਾ ਹੈ। ਤਾਂ ਉਹ ਸਾਰੀਆਂ ਗੱਲਾਂ ਨੂੰ ਧਿਆਨ ਰੱਖ ਕੀ ਹੈ, ਇਮਾਰਤਾਂ ਨੂੰ ਕੀ ਹੈ, ਪਾਸ ਕੀਤਾ ਜਾਂਦਾ। ਤੁਸੀਂ ਸੋਚਦੇ ਹੋਗੇ ਕਿ ਇਮਾਰਤ ਐਵੇਂ ਬਣ ਜਾਂਦੀ ਹੈ, ਪਰ ਉਹ ਐਵੇਂ ਨਹੀਂ ਬਣਦੀ। ਉਹਦੇ ਵਾਸਤੇ ਕੀ ਹੈ, ਅਪਰੂਵਲ ਲੈਣੇ ਪੈਂਦੇ। ਉਹ ਤਾਂ ਉਹ ਅਪਰੂਵਲ ਕਿੱਥੋਂ ਮਿਲਦਾ ਹੈ, ਰੁੜਕੀ ਤੋਂ ਮਿਲਦਾ ਹੈ, ਠੀਕ ਹੈ ਜੀ। ਤਾਂ ਇਹ ਗੱਲ ਤੁਸੀਂ ਯਾਦ ਕਰ ਲੈਣਾ। ਇਹ ਅਨੁਸੰਧਾਨ ਕੇਂਦਰ ਹੈਗੇ ਆ, ਤਾਂ ਇਹ ਨੋਰਮਲੀ ਪੁੱਛ ਲੈਂਦਾ, ਛੋਟੇ ਮੋਟੇ ਐਗਜ਼ਾਮਾਂ 'ਚ ਕੀ ਇਹ ਪੁੱਛ ਲੈਂਦਾ ਹੈਗਾ। ਤਾਂ ਕਰਕੇ ਮੈਂ ਤੁਹਾਨੂੰ ਯਾਦ ਕਰਵਾ ਰਿਹਾ। 3 ਅਨੁਸੰਧਾਨ ਕੇਂਦਰ ਹੋ ਗਏ। ਦੇਹਰਾਦੂਨ ਵਿੱਚ ਕਿਹੜਾ ਜੀ, ਆਪਣਾ ਮੈਪ ਅਨੁਸੰਧਾਨ ਕੇਂਦਰ। ਰੁੜਕੀ ਵਿੱਚ ਕਿਹੜਾ ਹੋ ਗਿਆ, ਆਪਣਾ ਇਮਾਰਤਾਂ ਦਾ ਅਨੁਸੰਧਾਨ ਕੇਂਦਰ। ਤੇ ਰਿਸ਼ੀਕੇਸ਼ ਕਿਹੜਾ ਜੀ, ਆਪਣਾ ਦਵਾਈਆਂ ਦਾ ਅਨੁਸੰਧਾਨ ਕੇਂਦਰ, ਠੀਕ ਹੈ ਜੀ। ਇਹ ਤੁਹਾਨੂੰ ਸਾਰਾ ਕੁਝ PDF 'ਚ ਲਿਖਿਆ ਹੋਇਆ ਮਿਲੂਗਾ। ਬਿਲਕੁਲ ਬੇਫਿਕਰ ਹੋ ਜਾਓ, ਆਪਦਾ ਲਿਖਦੇ ਰਹੋ, ਪੜ੍ਹਦੇ ਰਹੋ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਥੱਲੇ ਕਿਹੜੇ ਕਿਹੜੇ ਹੋ ਗਏ ਆਪਣੇ ਕੋਲ। ਹਰਿਦੁਆਰ, ਦੇਹਰਾਦੂਨ ਤੋਂ ਉੱਪਰ ਆ ਗਿਆ ਆਪਣੇ ਕੋਲ ਮਸੂਰੀ ਤੋਂ ਥੱਲੇ ਜਾਵਾਂਗੇ ਤਾਂ ਆਪਣੇ ਕੋਲ ਆ ਗਿਆ ਰਿਸ਼ੀਕੇਸ਼ ਥੱਲੇ ਰੁੜਕੀ ਤੋਂ ਹੇਠਾਂ ਆਵਾਂਗੇ ਤਾਂ ਹਰਿਦੁਆਰ ਤਾਂ ਹੁਣ ਤੁਹਾਨੂੰ ਕਿਸੇ ਨੂੰ ਸਾਰਿਆਂ ਨੂੰ ਹੀ ਪਤਾ ਹੋਵੇਗਾ ਕੀ ਹੈਗਾ, ਇੱਥੇ ਕੁੰਭ ਦਾ ਮੇਲਾ ਲੱਗਦਾ ਹੈ, ਠੀਕ ਹੈ। ਕੀ ਲੱਗਦਾ ਜੀ, ਕੁੰਭ ਦਾ ਮੇਲਾ ਲੱਗਦਾ ਜਿਹੜਾ ਕਿ 12 ਸਾਲਾਂ ਬਾਅਦ ਹੁੰਦਾ ਹੈਗਾ। ਤਾਂ ਕੀ ਤੁਸੀਂ ਯਾਦ ਕਰ ਲਿਓ, ਦੁਬਾਰਾ ਮੈਂ ਤੁਹਾਨੂੰ ਸਾਰੇ ਯਾਦ ਕਰਵਾਉਣਾ। ਦੇਹਰਾਦੂਨ ਮਸੂਰੀ, ਮੇਰੇ ਨਾਲ ਬੋਲੋ, ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਰੁੜਕੀ, ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਰੁੜਕੀ, ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਰੁੜਕੀ। ਦੇਖੋ ਬੈਕਗ੍ਰਾਉਂਡ ਤੋਂ ਬਗੈਰ ਯਾਦ ਕਰਕੇ ਦਿਖਾਵਾਂ। ਦੇਖੋ ਕਿਵੇਂ, ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਰੁੜਕੀ ਹਰਿਦੁਆਰ, ਠੀਕ ਹੈ। ਕਿਵੇਂ, ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਰੁੜਕੀ ਤੇ ਹਰਿਦੁਆਰ। ਹੁਣ ਆ ਜੋ ਪਿੱਛੇ ਬੈਕਗ੍ਰਾਉਂਡ ਆ ਗਿਆ। ਦੇਖੋ ਏਦਾਂ ਮੈਂ ਵੀ ਯਾਦ ਕੀਤੇ ਹੋਏ, ਤੁਸੀਂ ਵੀ ਯਾਦ ਕਰ ਲਓ। ਮੈਪ ਮਨ 'ਚ ਆਉਣਾ ਚਾਹੀਦਾ। ਮੇਰੇ ਤਾਂ ਮਨ 'ਚ ਮੈਪ ਹੈਗਾ ਕਿ ਮੈਂ ਕਿੱਦਾਂ ਯਾਦ ਕੀਤਾ ਹੋਇਆ, ਤਾਂ ਤੁਹਾਨੂੰ ਵੀ ਯਾਦ ਕਰਵਾ ਰਿਹਾ ਨਾ ਮੈਂ। ਤਾਂ ਤੁਸੀਂ ਕਿਉਂ ਨਹੀਂ ਕਰਦੇ? ਹੋ ਸਕਦਾ ਯਾਦ, ਜੇ ਨਹੀਂ ਹੁੰਦਾ ਤਾਂ ਦੱਸੋ ਮੈਨੂੰ। ਠੀਕ ਹੈ ਜੀ। ਤਾਂ ਆਪਾਂ ਕੀ ਹੈ, ਯਾਦ ਕਰ ਲਿਆ। ਤਾਂ ਦੁਬਾਰਾ ਬੋਲੋ, ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਰੁੜਕੀ ਹਰਿਦੁਆਰ, ਠੀਕ ਹੈ ਜੀ। ਉਸ ਤੋਂ ਬਾਅਦ ਥੋੜਾ ਇੱਧਰ ਆਓਗੇ ਤਾਂ ਮੈਂ ਇੱਧਰ ਹੋ ਜਾਣਾ, ਥੋੜਾ ਇੱਧਰ ਆਓਗੇ ਤਾਂ ਤੁਹਾਨੂੰ ਮਿਲੇਗਾ, ਕੀ ਮਿਲੇਗਾ, ਤਾਂ ਇੱਥੇ ਮਿਲੇਗਾ ਤੁਹਾਨੂੰ ਆਪਣੇ ਕੋਲ ਨੈਨੀਤਾਲ, ਠੀਕ ਹੈ ਜੀ। ਨੈਨੀਤਾਲ ਕੀ ਹੈਗਾ, ਜਿਮ ਕਾਰਬੇਟ ਹੈਗਾ। ਜਿਮ ਕਾਰਬੇਟ ਜਿਹੜਾ ਹੈਗਾ ਉੱਥੇ ਰੱਖਿਆ ਕੀਤੀ ਜਾਂਦੀ ਹੈ ਜਾਨਵਰਾਂ ਦੀ, ਠੀਕ ਹੈ ਜੀ। ਜਿਮ ਕਾਰਬੇਟ ਨੈਸ਼ਨਲ ਪਾਰਕ ਕਿੱਥੇ ਹੈਗਾ, ਤਾਂ ਉਹ ਕਿਤੇ ਨੈਨੀਤਾਲ ਵਿੱਚ ਹੈਗਾ, ਠੀਕ ਹੈ ਜੀ। ਦੂਸਰਾ ਕੀ, ਇੱਥੇ ਸੈਨਿਕ ਸਕੂਲ ਵੀ ਹੈਗਾ, ਠੀਕ ਹੈ ਜੀ। 2 ਵਿਸ਼ੇਸ਼ਤਾ ਹੋ ਗਈਆਂ, ਹੋ ਗਿਆ ਨਾ।
ਕਿਹੜੇ ਜਿਮ ਕਾਰਬੇਟ ਨੈਸ਼ਨਲ ਪਾਰਕ ਕਿੱਥੇ ਹੈਗਾ, ਤਾਂ ਉਹ ਆਪਾਂ ਕਿੱਥੇ ਯਾਦ ਕਰਾਂਗੇ, ਤਾਂ ਉਹ ਆਪਾਂ ਯਾਦ ਕਰਾਂਗੇ ਨੈਨੀਤਾਲ ਵਿੱਚ। ਕਿੱਥੇ? ਉੱਤਰਾਖੰਡ ਦੇ ਨੈਨੀਤਾਲ ਵਿੱਚ। ਦੂਸਰੀ ਗੱਲ ਕੀ ਇੱਥੇ ਸੈਨਿਕ ਸਕੂਲ ਵੀ ਹੈਗਾ। ਉਹ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਮਤਲਬ ਕਿ ਸੈਨਿਕ ਵਾਸਤੇ ਬਹੁਤ ਜ਼ਿਆਦਾ ਕੀ ਹੈ ਨਾ ਕੰਮ ਕੀਤੇ ਹੋਏ ਆ। ਕੀ ਹੈ ਮਤਲਬ ਦੇਖੋ ਉੱਤਰਾਖੰਡ ਕੀ ਹੈ, ਇੱਕ ਪਹਾੜੀ ਇਲਾਕਾ ਹੈ। ਤੁਸੀਂ ਆਪੇ ਸੋਚੋ ਜੇ ਇੱਕ ਪਹਾੜੀ ਇਲਾਕਾ ਨਾਲੇ ਕੀ ਹੈ, ਕਮਾਯੂ ਜਿਹੜੀ ਹੈ ਰੈਜੀਮੈਂਟ ਇੱਥੇ ਹੀ ਆਉਂਦੀ ਹੈ। ਠੀਕ ਹੈ, ਕਮਾਯੂ ਦਾ ਹੀ ਏਰੀਆ ਹੈਗਾ ਇਹਦਾ ਜਿਹੜਾ ਨੈਨੀਤਾਲ ਵਾਲਾ ਹੈਗਾ। ਤਾਂ ਇੱਥੇ ਕੀ ਆ ਤੁਹਾਨੂੰ ਪਤਾ ਹੈ ਵੀ ਹਾਈਟ ਜ਼ਿਆਦਾ ਹੈਗੀ ਹੈ ਪਹਾੜਾਂ ਤੇ, ਮਤਲਬ ਤੁਹਾਨੂੰ ਦੱਸਦਾ ਗੱਲ। ਠੀਕ ਹੈ, ਆਪਾਂ ਥੋੜਾ ਜਿਹਾ ਟੌਪਿਕ ਤੋਂ ਅਲੱਗ ਚੱਲਦੇ ਹਾਂ। ਦੇਖੋ ਹੁਣ ਕੀ ਹੈ, ਮੰਨ ਲਓ ਅਫਗਾਨਿਸਤਾਨ ਹੈ। ਠੀਕ ਹੈ, ਅਫਗਾਨਿਸਤਾਨ ਨੂੰ ਕੀ ਹੈ ਜਦੋਂ ਛੱਡ ਰਿਹਾ ਸੀ ਨਾ ਆਪਣਾ ਜਿਹੜਾ ਸੀਗਾ ਇਹਨਾਂ ਦਾ ਅਮਰੀਕਾ। ਠੀਕ ਹੈ ਜੀ, ਅਮਰੀਕਾ ਜਦੋਂ ਕੀ ਹੈ ਅਫਗਾਨਿਸਤਾਨ ਨੂੰ ਛੱਡ ਰਿਹਾ ਸੀ, ਉਹ ਕਿਉਂ ਨਹੀਂ ਹਰਾ ਰਿਹਾ ਸੀ? ਮਤਲਬ ਕਿ ਉਹ ਜਿਹੜੇ ਅਫਗਾਨਿਸਤਾਨ ਦੇ ਜਿਹੜੇ ਤਹਿਰੀਕੇ ਤਾਲਿਬਾਨ ਸੀਗੇ ਜਾਂ ਉੱਥੋਂ ਦੇ ਲੋਕ ਸੀਗੇ, ਉਹ ਕਿਉਂ ਕੀ ਹੈ ਅਮਰੀਕਾ ਨੂੰ ਹਰਾਉਂਦੇ ਸੀ। ਅਮਰੀਕਾ ਦੇਖੋ ਸਿਰਫ ਜੇ ਉਹਨੂੰ ਚਾਹਵੇ ਤਾਂ ਸਿਰਫ 2 ਦਿਨਾਂ 'ਚ ਹਰਾ ਸਕਦਾ ਸੀ। ਕਿਉਂ ਨਹੀਂ ਹਾਰੇ? ਕਿਉਂਕਿ ਉਹਨਾਂ ਨੂੰ ਕੀ ਹੈ ਪਹਾੜੀਆਂ ਹੈਗੀਆਂ ਨੇ। ਠੀਕ ਹੈ, ਹਮੇਸ਼ਾ ਕੀ ਹੈ ਜਿਹੜੇ ਪਹਾੜੀਆਂ ਤੇ ਲੋਕ ਰਹਿੰਦੇ ਆ ਉਹ ਰਿਸ਼ਟ ਪੁਸ਼ਟ ਹੁੰਦੇ ਆ। ਹਮੇਸ਼ਾ ਕੀ ਹੈ ਕੁੱਦੇ ਹੇਠ ਪੂਰਾ ਮਤਲਬ ਉਹਨਾਂ ਚੜਨਾ ਪਹਾੜੀ, ਫਿਰ ਥੱਲੇ ਲੈਣਾ, ਚੜਨਾ ਪਹਾੜੀ, ਥੱਲੇ ਲੈਣਾ, ਮਤਲਬ ਉਹਨਾਂ ਤੋਂ ਜਿਤਨਾ ਮੁਸ਼ਕਿਲ ਹੋ ਜਾਂਦਾ ਹੈ। ਜੇ ਮੈਦਾਨ ਇਲਾਕਾ ਹੈ, ਮੰਨ ਲਓ ਮੈਦਾਨ ਇਲਾਕਾ ਹੈ, ਮੈਦਾਨ 'ਚ ਕੀ ਹੈ ਸੈਨਾ ਜਾਵੇਗੀ, ਗੋਲੀ ਚਲਾਵੇਗੀ, ਬੰਬ ਚਲਾਊਗੀ, ਤੀਰ ਚਲਾਊਗੀ, ਜੋ ਵੀ ਤੁਸੀਂ ਕਹੋਗੇ ਉਹ ਚਲਾਊਗੀ, ਤਾਂ ਕਿ ਅਗਲੀ ਜਿਹੜੀ ਸੈਨਾ ਹੈਗੀ ਉਹ ਘੁਟਨੇ ਤੇ ਆ ਜਾਂਦੀ ਹੈ। ਠੀਕ ਹੈ, ਪਰ ਉੱਥੋਂ ਉਲਟ ਹੁੰਦਾ ਹੈ, ਪਹਾੜੀਆਂ ਹੁੰਦੀਆਂ ਨੇ, ਪਹਾੜੀਆਂ ਤੇ ਇੱਕ ਤਾਂ ਚੜਨਾ ਔਖਾ। ਠੀਕ ਹੈ, ਨਾਲ ਤੁਸੀਂ ਹੈਵੀ ਕੋਈ ਲੈ ਜਾ ਸਕਦੇ ਆਪਦਾ ਆਰਟਿਲਰੀ ਵਗੈਰਾ ਜਾਂ ਕੋਈ ਜਿਹੜੇ ਤੁਹਾਡੇ ਟੈਂਕ ਹੈਗੇ ਆ, ਉਹ ਤੁਸੀਂ ਕਿ ਪਹਾੜੀਆਂ ਤੇ ਨਹੀਂ ਲਿਜਾ ਸਕਦੇ। ਦੂਸਰੀ ਗੱਲ ਕੀ ਹੈ ਜਿਹੜੇ ਉੱਥੇ ਦੇ ਲੋਕ ਹੁੰਦੇ ਆ, ਇੱਕ ਤਾਂ ਹਾਈਟ ਛੋਟੀ ਹੁੰਦੀ ਹੈ, ਦੂਸਰੇ ਕਿ ਫੁਰਤੀ ਬਹੁਤ ਹੁੰਦੀ ਹੈ। ਠੀਕ ਹੈ, ਫੁਰਤੀ ਬਹੁਤ ਹੋਣ ਕਰਕੇ ਕੀ ਹੈ ਉਹ ਜਲਦੀ ਕੀ ਹੈ ਕਿਸੇ ਤੋਂ ਹਾਰਦੇ ਨਹੀਂ। ਇਸੇ ਗੱਲ ਨੂੰ ਕੀ ਹੈ ਧਿਆਨ 'ਚ ਰੱਖਦੇ ਹੋਏ ਕੀ ਕੀਤਾ ਗਿਆ, ਉੱਤਰਾਖੰਡ ਜਿਹੜਾ ਹੈਗਾ ਉੱਥੇ ਕੀ ਹੈ ਸੈਨਿਕ ਸਕੂਲ ਜ਼ਿਆਦਾ ਦਿੱਤੇ ਗਏ ਆ, ਜਾਂ ਕੋਈ ਹੈ IMA ਦੀ ਟ੍ਰੇਨਿੰਗ ਹੈਗੀ ਆ, IAS ਦੀ ਟ੍ਰੇਨਿੰਗ ਹੈਗੀ ਆ, ਤਾਂ ਉਹ ਉਹਦੇ ਲਿਹਾਜ਼ ਨਾਲ ਕੀ ਹੈ ਉੱਤਰਾਖੰਡ ਨੂੰ ਮੇਨ ਇੰਪੋਰਟੈਂਟ ਦਿੱਤੀ ਗਈ ਹੈ। ਠੀਕ ਹੈ, ਕਿਉਂਕਿ ਇਹ ਪਹਾੜੀ ਇਲਾਕਾ ਹੈ, ਇੱਕ ਤਾਂ ਹੈਲਦੀ ਹੈਗਾ, ਰੁੱਖ ਵਗੈਰਾ ਵਧੀਆ ਰਹਿੰਦੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਆਪਣੇ ਕੋਲ ਥੋੜਾ ਉੱਪਰ ਜਾਓਗੇ ਮੈਪ ਤੇ ਤਾਂ ਆਪਣਾ ਕੀ ਨੈਨੀਤਾਲ ਹੋ ਗਿਆ ਪੂਰਾ। ਉਸ ਤੋਂ ਉੱਪਰ ਜਾਓਗੇ ਤਾਂ ਤੁਹਾਨੂੰ ਵੇਖੇਗਾ ਗੋਪੇਸ਼ਵਰ। ਠੀਕ ਹੈ, ਕੀ ਦਿਖੇਗਾ ਗੋਪੇਸ਼ਵਰ ਦੀ ਹੁਣ ਕੀ ਹੈ ਜੀ ਖਾਸਤਾ, ਤਾਂ ਇੱਥੇ ਕੀ ਹੈ ਜੀ ਆਪਾਂ ਨੂੰ ਇਹਨਾਂ ਪੁਰਾਣਾ ਨਾਂ ਜਿਹੜਾ ਗੋਪੇਸ਼ਵਰ ਦਾ ਕੀ ਸੀ, ਚਮੋਲੀ ਨਾਂ ਸੀ। ਠੀਕ ਹੈ ਜੀ, ਕੀ ਸੀਗਾ ਚਮੋਲੀ ਨਾਂ ਸੀਗਾ। ਇੱਧਰ ਦੇਖੋ ਹੁਣ ਤੁਸੀਂ ਇੱਧਰ ਆ ਜਾਓ, ਇੱਧਰ ਆਊਗਾ ਚਮੋਲੀ। ਠੀਕ ਹੈ, ਜਿੱਥੇ ਉੱਪਰ ਦੀ ਆ ਰਿਹਾ ਹੋਊਗਾ ਚਮੋਲੀ, ਉਹ ਮਤਲਬ ਗੋਪੇਸ਼ਵਰ ਆਊਗਾ, ਉਹਦਾ ਪੁਰਾਣਾ ਨਾਂ ਕੀ ਹੈਗਾ ਚਮੋਲੀ ਨਾਂ ਹੈਗਾ। ਇੱਥੇ ਕੀ ਹੈ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ। ਹੁਣ ਗੋਪੇਸ਼ਵਰ ਤੋਂ ਯਾਦ ਰੱਖੋ ਚਮੋਲੀ ਨਾਂ ਸੀ ਪੁਰਾਣਾ, ਚਮੋਲੀ ਤੋਂ ਕੀ ਚਮੇਲੀ ਦਾ ਫੁੱਲ ਯਾਦ ਹੁੰਦਾ ਹੈ, ਤਾਂ ਕੀ ਹੈ ਇੱਥੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਗੋਪੇਸ਼ਵਰ ਵਿੱਚ। ਠੀਕ ਹੈ, ਦੂਸਰੀ ਗੱਲ ਕੀ ਹੈ ਇੱਥੋਂ ਦੀ ਮੇਨ ਕਿ ਜਿਹੜੇ ਸੀਗੇ ਇੱਥੋਂ ਦੇ ਸੁੰਦਰ ਲਾਲ ਬਹੁਗੁੜਾ। ਠੀਕ ਹੈ, ਸੁੰਦਰ ਲਾਲ ਜਿਹੜੇ ਸੀਗੇ ਉਹਨਾਂ ਨੇ ਕੀ ਸੀ ਇੱਥੋਂ ਚਿਪਕੋ ਅੰਦੋਲਨ ਸ਼ੁਰੂ ਕੀਤਾ ਸੀਗਾ। ਕਿੱਥੋਂ? ਗੋਪੇਸ਼ਵਰ ਤੋਂ, ਉੱਤਰਾਖੰਡ ਦੇ। ਯਾਦ ਕਰ ਲਓ ਚਿਪਕੋ ਅੰਦੋਲਨ ਕਿੱਥੋਂ ਸ਼ੁਰੂ ਹੋਇਆ ਸੀ, ਤਾਂ ਗੋਪੇਸ਼ਵਰ ਦੇ ਉੱਤਰਾਖੰਡ ਦੇ ਗੋਪੇਸ਼ਵਰ ਤੋਂ ਹੋਇਆ ਸੀਗਾ। ਤੇ ਇੱਥੋਂ ਨੇ ਕਿੰਨੇ ਕੀਤਾ ਸੀ, ਤਾਂ ਸੁੰਦਰ ਲਾਲ ਬਹੁਗੁੜਾ ਨੇ ਕੀਤਾ ਸੀਗਾ। ਇਹ ਤੁਸੀਂ ਯਾਦ ਕਰ ਲਿਓ। ਇਹ ਜਦੋਂ ਕੀ ਹੈ এনवायरमेंट ਦਾ ਪੇਪਰ ਜਾਂ ਤੁਹਾਨੂੰ ਕੋਈ ਕੁਐਸਚਨ ਆਊਗਾ ਤਾਂ ਇਹ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਜਿਹੜਾ ਚਿਪਕੋ ਅੰਦੋਲਨ ਹੈਗਾ ਉਹ ਕਿੱਥੋਂ ਸ਼ੁਰੂ ਹੋਇਆ ਸੀ, ਤਾਂ ਉੱਤਰਾਖੰਡ ਦੇ ਗੋਪੇਸ਼ਵਰ ਤੋਂ ਸ਼ੁਰੂ ਹੋਇਆ ਸੀ। ਕਿਸ ਨੇ ਕੀਤਾ ਸੀ, ਤਾਂ ਸੁੰਦਰ ਲਾਲ ਬਹੁਗੁੜਾ ਨੇ ਸ਼ੁਰੂ ਕੀਤਾ ਸੀ। ਠੀਕ ਹੈ ਜੀ, ਇੰਨਾ ਕੁਝ ਯਾਦ ਤੁਹਾਨੂੰ ਹੋਣਾ ਚਾਹੀਦਾ ਹੈਗਾ। ਥੋੜਾ ਬਹੁਤਾ ਕੀ ਹੈ ਯਾਦ ਰੱਖਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਕਿਉਂਕਿ ਐਕਸਟਰਾ ਇਨਫੋਰਮੇਸ਼ਨ ਹਮੇਸ਼ਾ ਤੁਹਾਨੂੰ ਕੰਮ ਦੇਵੇਗੀ ਕਿਤੇ ਨਾ ਕਿਤੇ। ਜੇ ਤੁਸੀਂ ਪੂਰਾ ਯਾਦ ਕਰੋਗੇ ਤਾਂ ਹਮੇਸ਼ਾ ਕਿ ਤੁਹਾਨੂੰ ਉਹੀ ਯਾਦ ਰਹੇਗਾ ਜਿਹੜਾ ਕੀ ਹੈ ਪੇਪਰ 'ਚ ਕੀ ਹੈ ਜੇ ਮੰਨ ਲਓ ਬਾਹਰੋਂ ਆ ਗਿਆ। ਕਿਉਂਕਿ ਦੇਖੋ ਜੀਕੇ ਦਾ ਕੋਈ ਵੀ ਅੰਤ ਨਹੀਂ ਹੈ, ਸਿੱਧੀ ਗੱਲ ਦੱਸਾਂ। ਤੁਸੀਂ ਅੱਜ ਕਹੋਗੇ 2 ਸਾਲ ਲਾ ਲਓ, 4 ਸਾਲ ਲਾ ਲਓ, ਤੁਹਾਡੇ ਕੋਲ ਜੀਕੇ ਤਾਂ ਵੀ ਪੂਰੀ ਨਹੀਂ ਹੋਣੀ। ਪਰ ਹਾਂ ਮੈਂ ਤੁਹਾਨੂੰ ਉਹਨਾਂ ਕੁਝ ਯਾਦ ਕਰਾ ਦੂੰਗਾ ਕਿ ਜਿੰਨਾ ਤੁਹਾਡੇ ਪੁਆਇੰਟ ਆਫ ਵਿਊ ਜਿਹੜਾ ਹੈਗਾ ਐਗਜ਼ਾਮ ਵਿੱਚ ਜੇਕਰ 50 ਕੁਐਸਚਨ ਆ ਰਿਹਾ ਤੁਹਾਨੂੰ ਜੋ 40 ਤੋਂ 45 ਕੁਐਸਚਨ ਜਿਹੜੇ ਆ ਉਹ ਆਰਾਮ ਨਾਲ ਬਣਦੇ ਪੈਣਗੇ। ਕੋਈ 5 ਕੁਐਸਚਨ ਜਿਹੜੇ ਆ ਉਹ ਐਗਜ਼ਾਮੀਨਰ ਆਪਦੇ ਆਪ ਇਹੋ ਜਿਹੇ ਸੈੱਟ ਕਰਦਾ ਹੈ ਕਿ ਭਾਵੇਂ ਤੁਸੀਂ IAS ਦੀ UPSC ਵੀ ਕਲੀਅਰ ਕੀਤਾ ਹੋਗਾ ਨਾ ਤਾਂ ਵੀ ਤੁਹਾਡੇ ਕੋਲ 5 ਕੁਐਸਚਨ ਨਹੀਂ ਪੜਨੇ, ਕਿਉਂਕਿ ਉਹ ਐਗਜ਼ਾਮੀਨਰ ਸੈੱਟ ਹੀ ਇਸੇ ਲਈ ਕਰਦਾ ਹੈਗਾ। ਐਗਜ਼ਾਮੀਨਰ ਨੂੰ ਕਿਉਂ ਪੈਸੇ ਦਿੱਤੇ ਜਾਂਦੇ ਆ, ਕਿਉਂਕਿ ਉਹ ਤੁਹਾਨੂੰ ਵੱਧ ਤੋਂ ਵੱਧ ਕੀ ਆ ਉਹ ਤੁਹਾਨੂੰ ਕੀ ਰਿਜੈਕਸ਼ਨ ਦੇ ਸਕੇ। ਠੀਕ ਹੈ, ਉਹਨੇ ਕੀ ਘੱਟ ਤੋਂ ਘੱਟ ਸਿਲੈਕਸ਼ਨ ਦੇਣੀ ਹੁੰਦੀ ਹੈ ਬੱਚਿਆਂ ਨੂੰ, ਤਾਂ ਕਰਕੇ ਕੀ ਐਗਜ਼ਾਮੀਨਰ ਪੇਪਰ ਇਸ ਹਿਸਾਬ ਨਾਲ ਸੈੱਟ ਕਰਦਾ ਹੈਗਾ। ਜੇ ਤੁਹਾਡਾ ਮੈਥ ਵਧੀਆ ਹੈਗਾ, ਰੀਜ਼ਨਿੰਗ ਵਧੀਆ, ਇੰਗਲਿਸ਼ ਵਧੀਆ, ਫਿਰ ਵੀ ਤੁਸੀਂ ਕੀ ਆ ਪੇਪਰ ਕਲੀਅਰ ਨਹੀਂ ਕਰ ਸਕਦੇ ਜੀਕੇ ਬਿਨਾ। ਜੇ ਹੋ ਵੀ ਜਾਊਗਾ ਤਾਂ ਸਿਰਫ ਤੁਹਾਡੇ ਕੱਟ ਆਫ ਦੇ ਨੇੜੇ ਤੇ ਰਹੂਗਾ। ਠੀਕ ਹੈ, ਤਾਂ ਕਿ 4 ਸਬਜੈਕਟ ਹੁੰਦੇ ਆ ਮੇਨ, ਜੀਕੇ 'ਚ ਕੀ ਇਕੱਲੇ 12 ਸਬਜੈਕਟ ਹੁੰਦੇ ਆ, ਉਸ ਤੋਂ ਬਾਅਦ ਬਾਕੀ 3 ਸਬਜੈਕਟ ਹੁੰਦੇ ਆ। ਠੀਕ ਹੈ, ਜਦੋਂ ਇਹ 12 ਦੇ ਵਿੱਚੋਂ ਕੀ ਤੁਸੀਂ 3-4 ਵੀ ਕਰ ਲੋਗੇ ਨਾ ਆਰਾਮ ਨਾਲ ਤੁਹਾਡਾ ਕੀ ਕਲੀਅਰ ਹੋ ਜਾਏਗਾ, ਵਧੀਆ ਨੰਬਰ ਆ ਜਾਣਗੇ। ਤੁਸੀਂ ਕੱਟ ਆਫ ਬਾਰੇ ਕਦੇ ਸੋਚੋਗੇ ਨਹੀਂ ਕਿ ਕੱਟ ਆਫ ਕਿੰਨੀ ਜਾਣੀ ਕਿੰਨੀ ਨਹੀਂ ਜਾਣੀ, ਗੋਲੀ ਮਾਰੋ ਕੱਟ ਆਫ ਨੂੰ।
ਤੁਹਾਡਾ ਪੇਪਰ ਕਲੀਅਰ ਹੋ ਜਾਏਗਾ। ਪਰ ਜੇ ਤੁਸੀਂ ਕੀ ਹੈ ਧਿਆਨ ਨਾਲ ਪੜ੍ਹਦੇ ਰਹੋਗੇ, ਇਹ ਨਾ ਹੋਵੇ ਕਿ ਤੁਸੀਂ ਕੀ ਹੈ ਪੜ੍ਹਦੇ ਪਏ ਹੋ ਵਿੱਚ ਕੋਈ ਮੈਸੇਜ ਆ ਗਿਆ ਉਧਰ ਚਲੇ ਗਏ, YouTube ਦੇਖ ਲਈ ਜਾਂ ਫਿਰ ਇੰਸਟਾ ਚੱਕ ਲਿਆ, ਰੀਲਾਂ ਦੇਖ ਰਹੇ ਹੋ ਸਾਰਾ ਦਿਨ ਸਕਰੋਲ ਕਰਕੇ ਵੀ ਹਾਂ ਕੁਝ ਨਹੀਂ ਬਣਨਾ ਰੀਲਾਂ ਰੂਲਾਂ ਦੇਖਣ ਨਾਲ। ਜੇ ਦੇਖਣਾ YouTube ਖੋਲੋਗੇ ਤਾਂ ਪਹਿਲਾਂ ਕੀ ਤੁਹਾਡਾ ਸਬਸਕ੍ਰਾਈਬਰ ਕੀਤਾ ਹੋਣਾ ਚਾਹੀਦਾ ਕੋਈ ਨਾ ਕੋਈ YouTube ਚੈਨਲ ਤੇ ਸਟੱਡੀ ਵਾਲਾ ਮਟੀਰੀਅਲ ਉੱਪਰ ਆਏਗਾ, ਸਟੱਡੀ ਮਟੀਰੀਅਲ ਤੁਹਾਡੀ ਨਿਗਾਹ ਪੈਂਦੀ ਰਹੂਗੀ। ਸ਼ਾਰਟਸ ਦੇਖ ਰਹੇ ਹੋ, ਸ਼ਾਰਟਸ ਤੇ ਕੀ ਹੈ ਸਬਸਕ੍ਰਾਈਬ ਕਰ ਲਓ ਜਿਹੜੇ ਕੀ ਹੈ ਆਪਣੇ ਐਜੂਕੇਸ਼ਨਲ ਸ਼ਾਰਟਸ ਹੈਗੇ, ਠੀਕ ਹੈ। ਔਰ ਹੁਣ ਕੀ ਤੁਸੀਂ ਦੇਖਦੇ ਰਹੋ, ਕੋਈ ਚੱਕਰ ਨਹੀਂ, ਮੈਂ ਨਹੀਂ ਕਹਿੰਦਾ ਵੀ YouTube ਮਾੜਾ ਹੈ, ਪਰ ਹਾਂ ਜਿਹੜਾ Instagram ਹੈਗਾ ਉੱਥੇ ਕੋਈ ਜ਼ਿਆਦਾ ਚੰਗਾ ਨਹੀਂ ਹੈ। ਮੈਂ ਨਹੀਂ ਦੇਖਿਆ ਵੀ Instagram ਤੇ ਕੋਈ ਵਧੀਆ ਸਟੋਰੀ ਪਈ ਹੋਊਗੀ ਜਾਂ ਕੋਈ ਰੀਲ ਪਈ ਹੋਊਗੀ ਕਦੀ ਵੀ, ਭਾਵੇਂ ਆਪਣੀ ਸਟੂਡੈਂਟ ਲਾਈਫ 'ਚ ਮੈਂ ਪੜ੍ਹਦਾ ਰਿਹਾ ਤਾਂ ਵੀ ਨਹੀਂ ਮੈਂ ਕਦੀ ਦੇਖੀ ਕਿ ਕੋਈ ਚਾਹੀਦੇ ਕੀ ਹੈ ਕੰਟੈਂਟ ਆਇਆ ਹੋਊਗਾ YouTube ਆਪਣੇ Instagram ਤੇ, ਠੀਕ ਹੈ। ਤਾਂ ਮੈਂ ਕੀ ਕਹਿਣਾ, ਜਦੋਂ ਵੀ ਤੁਸੀਂ ਪੜ੍ਹਨ ਬੈਠੋ ਫੋਨ ਨੂੰ ਬਿਲਕੁਲ ਸਾਈਡ ਤੇ ਚਾਰਜਰ ਲਗਾਇਓ ਜਾਂ ਦੂਜੇ ਕਮਰੇ ਰੱਖ ਦਿਓ, ਸਾਇਲੈਂਟ ਕਰਕੇ ਰੱਖ ਦਿਓ, ਚਾਰਜਰ ਲਗਾ ਦਿਓ ਚੁੱਪ ਕਰਕੇ, ਠੀਕ ਹੈ। ਤਾਂ ਕਿ ਇੱਕ ਤਾਂ ਕੀ ਹੈ ਤੁਹਾਡਾ ਮਾਈਂਡ ਉਧਰ ਨਹੀਂ ਜਾਊਗਾ, ਜੇ ਨੇੜੇ ਤੇੜੇ ਫੋਨ ਪਿਆ ਤਾਂ ਤੁਹਾਡਾ ਕੀ ਹੈ ਮਾਈਂਡ ਆਪਦੇ ਆਪ ਕਰੂਗਾ। ਜਦੋਂ ਕਲਾਸ ਲਗਾਉਣੀ ਉਦੋਂ ਚੱਕ ਲਓ, ਕੋਈ ਚੱਕਰ ਨਹੀਂ, ਮੈਂ ਨਹੀਂ ਕਹਿੰਦਾ ਵੀ ਕਲਾਸ ਵੀ ਨਾ ਲਗਾਓ, ਠੀਕ ਹੈ। ਕਲਾਸ ਵੀ ਜ਼ਰੂਰੀ ਹੈਗੀ ਹੈ, ਪਰ ਫੋਨ ਕੀ ਹੈ ਤਾਂ ਦੂਰ ਰੱਖ ਦਿਓ। ਘੰਟਾ 2 ਪੜ੍ਹ ਲਓਗੇ ਤਾਂ ਬਹੁਤ ਹੈ ਮੇਰੇ ਹਿਸਾਬ ਨਾਲ। ਜੇ ਤੁਹਾਨੂੰ ਬਹੁਤ ਟਾਈਮ ਜ਼ਿਆਦਾ ਨਹੀਂ ਮਿਲਦਾ ਤਾਂ ਘੰਟਾ 2 ਵੀ ਪੜ੍ਹੋਗੇ ਤਾਂ ਤੁਹਾਡੀ ਕੀ ਹੈ 6 ਮਹੀਨੇ ਸਾਲ ਤਿਆਰੀ ਕਰਕੇ ਵੀ ਸਿਲੈਕਸ਼ਨ ਹੋ ਜਾਏਗੀ। ਮੇਰੇ ਤੋਂ ਲਿਖਾ ਲਓ, ਤੁਸੀਂ ਘੰਟਾ 2 ਵੀ ਪੜ੍ਹਦੇ ਰਹੋਗੇ ਰੋਜ਼, ਠੀਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲ ਕਿਹੜੇ ਕਿਹੜੇ ਹੋ ਗਏ, ਯਾਦ ਕਰੋ। ਦੇਹਰਾਦੂਨ ਮਸੂਰੀ, ਦੇਹਰਾਦੂਨ ਮਸੂਰੀ, ਰਿਸ਼ੀਕੇਸ਼ ਰੁੜਕੀ, ਰਿਸ਼ੀਕੇਸ਼ ਰੁੜਕੀ ਹਰਿद्वार, ਰਿਸ਼ੀਕੇਸ਼ ਰੁੜਕੀ ਹਰਿद्वार। ਕਿਹੜਾ ਦੇਹਰਾਦੂਨ ਮਸੂਰੀ, ਦੇਹਰਾਦੂਨ ਮਸੂਰੀ, ਰਿਸ਼ੀਕੇਸ਼ ਰੁੜਕੀ ਹਰਿद्वार। ਦੁਬਾਰਾ ਯਾਦ ਕਰੋ, देहरादून मसूरी, देहरादून मसूरी, ऋषिकेश हरिद्वार, रुड़की, नैनीताल, गोपेश्वर, ठीक है। दोबारा याद करो, देहरादून मसूरी, ऋषिकेश हरिद्वार, रुड़की, नैनीताल ते गोपेश्वर, ठीक है जी। उस तो बाद की अपने को छोटी छोटी जड़ियां ने तुसीं पहाड़ियां याद कर लो, पहाड़ियां जड़ियां छोटी छोटियां, गगनोत्री, यमुनोत्री, गगनोत्री, यमुनोत्री। तो उस तो बाद आ गया अपने को हाँ गगनोत्री यमुनोत्री हो गया, ठीक है। उस तो बाद थल्ले की रुद्रप्रयाग, देवप्रयाग ते कर्णप्रयाग, रुद्रप्रयाग, देवप्रयाग, कर्णप्रयाग। ਇਹ ਕੀ ਹੈਗੀਆਂ ਨੇ 3 ਜਗ੍ਹਾ ਹੈਗੀਆਂ ਨੇ। ਮੈਂ ਇਹਨਾਂ ਤਿੰਨਾਂ ਚੀਜ਼ਾਂ ਦਾ ਤੁਹਾਨੂੰ ਜ਼ਿਕਰ ਕਰਦਾ ਦੱਸਦਾ, ਮੈਂ ਤੁਹਾਨੂੰ ਇਹਨਾਂ ਬਾਰੇ ਵੀ ਪੂਰੀ ਤਰੀਕੇ ਨਾਲ। ਪਹਿਲਾਂ ਤੁਹਾਨੂੰ ਇਹ ਦੱਸੋ ਕਿ ਤੁਹਾਨੂੰ ਯਾਦ ਹੋ ਗਿਆ ਜਿਹੜਾ ਮੈਂ ਤੁਹਾਨੂੰ ਪੜਾਇਆ ਹੈਗਾ ਸ਼ਹਿਰ ਹੈਗੇ ਜਿਹੜੇ ਇਥੋਂ ਦੇ ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਰੁੜਕੀ, ਹਰਿद्वार, ਨੈਨੀਤਾਲ ਤੇ ਗੋਪੇਸ਼ਵਰ। ਇਹ ਯਾਦ ਹੋ ਗਏ ਤਾਂ ਦੱਸੋ ਹਾਂਜੀ ਹੋ ਗਏ, ਕਮੈਂਟ 'ਚ ਕਰ ਦਿਓ ਮੈਨੂੰ ਕਿ ਹਾਂਜੀ ਸਰ ਸਾਨੂੰ ਯਾਦ ਹੋ ਗਏ, ਬਿਲਕੁਲ ਵਧੀਆ ਤਰੀਕੇ ਨਾਲ ਯਾਦ ਹੋਇਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਮੈਂ ਤੁਹਾਨੂੰ ਦੱਸਿਆ कर्णप्रयाग, रुद्रप्रयाग ਤੇ देवप्रयाग, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗੰਗਾ ਨਦੀ ਦੀ। ਗੰਗਾ ਨਦੀ ਕਿਹਨੂੰ ਨਹੀਂ ਪਤਾ ਵੀ ਜਿਹੜੀ ਫੇਮਸ ਜਿਹੜੀ ਹੈਗੀ ਆ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਸਭ ਤੋਂ ਫੇਮਸ ਜਿਹੜੀ ਨਦੀ ਹੈਗੀ ਆ ਉਹ ਕਿਹੜੀ ਹੈਗੀ ਆਪਣੇ ਕੋਲ, ਇਹ ਵਾਲੀ ਹੈਗੀ, ਠੀਕ ਹੈ। ਤਾਂ ਉੱਪਰ ਦੇਖੋ गोपेश्वर ਤੋਂ ਉੱਪਰ ਹੁੰਦਾ ਬਦਰੀਨਾਥ, ਠੀਕ ਹੈ। ਬਦਰੀਨਾਥ ਤੋਂ ਬਾਅਦ केदारनाथ, केदारनाथ ਤੋਂ ਬਾਅਦ गंगनोत्री ਤੇ यमुनोत्री। ਇਹ 4 ਚੀਜ਼ਾਂ ਜਿਹੜੀਆਂ ਨੇ ਮੈਂ ਤੁਹਾਨੂੰ ਪਹਾੜੀਆਂ ਦੱਸ ਦਿੱਤੀਆਂ ਨੇ, ਕਿਹੜੀ बद्रीनाथ, केदारनाथ ਤੇ ਆਪਣੇ ਕੋਲ गंगनोत्री, यमुनोत्री, ਠੀਕ ਹੈ। 4 ਜਿਹੜੇ ਮੈਂ ਤੁਹਾਨੂੰ ਦੱਸ ਦਿੱਤੀਆਂ ਚੀਜ਼ਾਂ ਇਹ ਤੁਸੀਂ ਯਾਦ ਕਰ ਲਓਗੇ, ਠੀਕ ਹੈ। ਹੁਣ ਮੈਂ ਦੱਸਣਾ ਜਿਹੜਾ ਹੈਗਾ ਆਪਣੇ ਕੋਲ ਇੱਥੇ बद्रीनाथ, ਠੀਕ ਹੈ। बद्रीनाथ ਤੋਂ ਕੀ ਹੈਗਾ ਸੰਤੋਪਤ, ਇੱਥੇ ਕੀ ਹੈ ਪਰਬਤ ਹੈਗਾ, ਠੀਕ ਹੈ। ਯਾਦ ਕਰਦੇ ਰਹੋ, ਮਾਈਂਡ 'ਚ ਰੱਖਿਓ, ਠੀਕ ਹੈ। ਕਾਪੀ ਪੈਨ ਲਿਖ ਲਿਓ, ਸਾਈਡ ਤੇ ਕੀ ਹੈ ਮਤਲਬ ਪੇਪਰ ਦੇ ਨਾਲ ਆਊਗਾ। ਹੁਣ ਬਣਿਆ ਜਿਵੇਂ ਜਿਵੇਂ ਮੈਂ ਬੋਲਦਾ ਹੈਗਾ ਉਵੇਂ ਕਿ ਸਾਈਡ ਤੇ ਸਕਰੀਨ ਤੇ ਚੱਲਦਾ ਜਾਊਗਾ, ਪੈਨ ਦੇ ਨਾਲ ਬਣਦੇ ਜਾਣਗੇ ਪਰਬਤ, ਠੀਕ ਹੈ। ਦੇਖੋ ਕੀ ਹੈ बद्रीनाथ ਤੋਂ ਕੀ ਹੈ ਸੰਤੋਪਤ, ਸੰਤੋਪਤ ਜਿਹੜਾ ਪਰਬਤ ਹੈਗਾ ਇੱਥੇ, ਠੀਕ ਹੈ ਜੀ। ਉਥੋਂ ਕੀ ਹੈ ਹੇਠਾਂ ਨੂੰ ਜਦੋਂ ਆਪਾਂ ਜਾਂਦੇ कर्णप्रयाग ਤੱਕ, ਕਿੱਥੇ ਤੱਕ ਜੀ कर्णप्रयाग ਤੱਕ, कर्णप्रयाग ਤੱਕ ਜਾਂਦੇ ਹੈਗੇ ਆ ਤਾਂ ਉੱਥੇ ਕੀ ਹੈ ਜੀ ਆਪਣੇ ਕੋਲ 2 ਨਦੀਆਂ ਮਿਲਦੀਆਂ ਨੇ। 2 ਨਦੀਆਂ ਕਿਹੜੀ ਕਿਹੜੀ ਹੁੰਦੀਆਂ ਨੇ, ਇਧਰੋਂ ਆਉਂਦੀ ਹੈ ਜੀ ਆਪਣੇ ਕੋਲ ਧੌਲੀ ਗੰਗਾ, ਕਿਹੜੀ ਧੌਲੀ ਗੰਗਾ। ਇਧਰਲੀ ਸੱਜੇ ਪਾਸੋਂ ਮੇਰੇ ਕੋਲ ਕਿਹੜੀ ਆਊਗੀ ਵਿਸ਼ਨੂੰ ਗੰਗਾ, ਕਿਹੜੀ ਜੀ ਧੌਲੀ ਗੰਗਾ, ਵਿਸ਼ਨੂੰ ਗੰਗਾ। ਯਾਦ ਹੋਗੀ ਸੰਤੋਪਤ ਪਰਬਤ ਹੈਗਾ, ਇਧਰੋਂ ਕਿਹੜੀ ਨਿਕਲਦੀ ਹੈ ਜੀ ਆਪਣੇ गंगनोत्री, यमुनोत्री वाले पासों ਤਾਂ ਧੌਲੀ ਗੰਗਾ। ਇਧਰਲੀ ਸਾਈਡ ਤੋਂ ਕਿਹੜੀ ਹੁੰਦੀ ਹੈ ਜੀ ਆਪਣੇ ਕੋਲ ਵਿਸ਼ਨੂੰ ਗੰਗਾ। ਜਦੋਂ ਇਹ ਜਿੱਥੇ ਮਿਲਦੀਆਂ ਨੇ, ਜਿੱਥੇ ਪੁਆਇੰਟ ਤੇ ਮਿਲਦੀਆਂ ਨੇ, ਦੇਖੋ ਜਿੱਥੇ ਪੁਆਇੰਟ ਤੇ ਮਿਲਦੀਆਂ ਨੇ ਉਸ ਪੁਆਇੰਟ ਤੇ ਕੀ ਹੈ ਜੀ ਇਹ ਆਪਣੇ ਕੋਲ ਹੈਗਾ ਕਿਹੜਾ कर्णप्रयाग, ਠੀਕ ਹੈ ਜੀ। ਲੱਗੀ ਸਮਝ, कर्णप्रयाग ਦਾ ਸਮੇਂ ਲੱਗ ਗਿਆ, कर्णप्रयाग ਤੇ ਮਿਲਦੀਆਂ ਨੇ। ਉਦੋਂ ਥੱਲੇ ਜਦੋਂ ਜਾਂਦੀ ਹੈ, ਥੱਲੇ ਜਾਂਦੀ ਹੈ ਤਾਂ ਇਹਦਾ ਨਾਮ ਹੋ ਜਾਂਦਾ ਜੀ ਅਲਕਨੰਦਾ ਨਦੀ। ਜਦੋਂ ਦੋਨੋਂ ਮਿਲ ਜਾਂਦੀਆਂ ਨੇ ਤਾਂ ਉਹਦਾ ਨਾਮ ਕਿੰਨਾ ਅਲਕਨੰਦਾ ਨਦੀ। ਥੱਲੇ ਜਾਂਦੀ ਹੈ ਤਾਂ ਇਧਰੋਂ ਜਿਹੜੀ ਹੈ ਜੀ ਖਿੰਡਾਰ ਨਦੀ ਆਉਂਦੀ ਹੈ, ਇਧਰੋਂ ਖਿੰਡਾਰ ਨਦੀ ਆਉਂਦੀ ਹੈ। ਖਿੰਡਾਰ ਨਦੀ ਜਿੱਥੇ ਮਿਲਦੀ ਹੈਗੀ ਹੈ ਉਥੋਂ ਕੀ ਹੈ ਜੀ ਇਹ ਆ ਜਾਂਦਾ ਹੈਗਾ
ਆਪਣੇ ਕੋਲ ਖਿੰਡਾਰ ਨਦੀ। ਠੀਕ ਹੈ, ਉਸ ਤੋਂ ਬਾਅਦ ਕੀ ਇਹਦਾ ਨਾਮ ਆਉਂਦਾ ਜੀ ਨੰਦਾਕਣੀ। ਕੀ ਰਹਿੰਦਾ ਨੰਦਾਕਣੀ, ਯਾਦ ਰੱਖੋ ਨੰਦਾਕਣੀ। ਠੀਕ ਹੈ, ਨੰਦਾਕਣੀ ਹੋ ਗਈ। ਉਸ ਤੋਂ ਬਾਅਦ ਕਿੱਥੋਂ ਚੱਲੇਗੀ ਇਹ ਆਪਣੇ ਕਰਨ ਪ੍ਰਯਾਗ ਤੋਂ ਫਿਰ ਥੱਲੇ ਚੱਲੇਗੀ ਤਾਂ ਇਹ ਪਹੁੰਚ ਜਾਂਦੀ ਹੈ ਰੁਦਰ ਪ੍ਰਯਾਗ ਤੇ। ਕਿੱਥੇ ਰੁਦਰ ਪ੍ਰਯਾਗ ਤੇ। ਰੁਦਰ ਪ੍ਰਯਾਗ ਤੋਂ ਉੱਪਰੋਂ ਆਉਂਦੀ ਹੈ ਜੀ ਆਪਣੇ ਕੋਲ ਮੰਦਾਕਣੀ। ਠੀਕ ਹੈ ਜੀ, ਪਹਿਲਾ ਨਾਂ ਕੀ ਸੀ ਦਾ ਪੂਰਾ ਬਣ ਗਿਆ ਨੰਦਾਕਣੀ, ਉੱਪਰੋਂ ਆਏਗੀ ਮੰਦਾਕਣੀ ਨਦੀ। ਮੰਦਾਕਣੀ ਨਦੀ ਆ ਕੇ ਕਿੱਥੇ ਮਿਲਦੀ ਹੈਗੀ ਹੈ ਤਾਂ ਇਹ ਮਿਲਦੀ ਹੈ ਜੀ ਆਪਣੇ ਕੋਲ ਨੰਦਾਕਣੀ ਨਦੀ ਦੇ ਵਿੱਚ ਰੁਦਰ ਪ੍ਰਯਾਗ ਤੇ। ਥੋੜਾ ਕੰਪਲਿਕੇਟਡ ਹੈ, ਯਾਦ ਕਰ ਲਓ। ਇਹ ਕਿ ਗੰਗਾ ਨਦੀ ਦਾ ਉਦਗਮ ਪੜ ਰਹੇ ਹੋ ਤੁਸੀਂ ਕਿ ਗੰਗਾ ਨਦੀ ਦਾ ਉਦਗਮ ਕਿਵੇਂ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਕਿੱਥੇ ਮਿਲੀ ਰੁਦਰ ਪ੍ਰਯਾਗ ਤੇ। ਰੁਦਰ ਪ੍ਰਯਾਗ ਤੋਂ ਫਿਰ ਚੱਲੇਗੀ ਇਹਦਾ ਨਾਮ ਫਿਰ ਬਣ ਗਿਆ ਜੀ ਅਲਖਨੰਦਾ ਨਦੀ। ਰੁਦਰ ਪ੍ਰਯਾਗ ਤੋਂ ਫਿਰ ਕੀ ਇਹਦਾ ਨਾਮ ਆ ਗਿਆ ਅਲਖਨੰਦਾ ਨਦੀ। ਫਿਰ ਥੱਲੇ ਜਾਊਗੀ ਹੌਲੇ 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 ਹੌਲੇ, ਫਿਰ ਪਹੁੰਚੇਗੀ ਜੀ ਆਪਣੇ ਕੋਲ ਦੇਵ ਪ੍ਰਯਾਗ ਤੇ। ਰੁਦਰ ਪ੍ਰਯਾਗ ਤੋਂ ਚੱਲੀ ਸੀ ਦੇਵ ਪ੍ਰਯਾਗ ਤੇ ਪਹੁੰਚੇਗੀ। ਦੇਵ ਪ੍ਰਯਾਗ ਤੋਂ ਕੀ ਉੱਪਰੋਂ ਆਉਂਦੀ ਭਾਗੀਰਥੀ ਨਦੀ। ਭਾਗੀਰਥੀ ਨਦੀ ਆਉਂਦੀ ਹੈ। ਉਸ ਤੋਂ ਬਾਅਦ ਕੀ ਹੈ ਜੀ ਇਹ ਥੱਲੇ ਨੂੰ ਜਾ ਕੇ ਗੰਗਾ ਨਦੀ ਬਣ ਜਾਂਦੀ ਹੈ। ਸਮਝ ਲੱਗੀ ਹੋਣਾ? ਦੇਖਦੇ ਤਾਂ ਆਇਆ ਪਏ ਵੀ ਜਿਵੇਂ ਸਮਝ ਨਹੀਂ ਲੱਗੀ, ਲੱਗਦਾ ਔਖਾ ਹੀ ਹੈ ਤੁਹਾਡੇ ਵਾਲਾ ਹਨਾ। ਦੁਬਾਰਾ ਸਮਝਾਵਾਂ? ਪੂਰਾ ਬੈਲ ਹੈ ਯਾਰ ਇੱਕ ਨੰਬਰ ਦਾ। ਦੇਖੋ ਦੁਬਾਰਾ ਸਮਝਣਾ, ਦੁਬਾਰਾ ਸਮਝੋ। ਜੇ ਹੁਣ ਵੀ ਸਮਝ ਆ ਲੱਗੀ ਨਾ ਮੈਂ ਦੇਖ ਲਓ ਉੱਥੇ ਆ ਜਾਣਾ। ਬਹੁਤ ਛਿਲਣਾ ਇਸ ਵਾਰ। ਦੇਖੋ ਦੁਬਾਰਾ ਯਾਦ ਕਰੋ ਕਿ ਹੈਗਾ ਬਦਰੀਨਾਥ ਤੋਂ ਕਿਹੜਾ ਸੰਤੋਪਤ ਜਿਹੜਾ ਹੈਗਾ ਪਰਬਤ ਹੈਗਾ, ਉੱਥੋਂ ਕੀ ਹੈ ਜੀ ਦੋ ਜਿਹੜੀ ਨਦੀਆਂ ਨਿਕਲਦੀਆਂ ਨੇ। ਇੱਕ ਕਿਹੜੀ ਹੈ ਜੀ ਆਪਣੇ ਪੱਛਮ ਵਾਲੇ ਪਾਸੋਂ ਨਿਕਲਦੀ ਹੈ, ਇੱਕ ਪੂਰਬ ਵਾਲੇ ਪਾਸੇ ਨਿਕਲਦੀ ਹੈ। ਜਿਹੜੀ ਪੱਛਮ ਵਾਲੇ ਪਾਸੇ ਹੁੰਦੀ ਹੈ ਉਹਨੂੰ ਕਹਿੰਦੇ ਧੌਲੀ ਗੰਗਾ ਕਹਿੰਦੇ ਹੈਗੇ। ਜਿਹੜੀ ਪੂਰਬ ਵਾਲੇ ਪਾਸੇ ਆਉਂਦੀ ਹੈ ਉਹਨੂੰ ਵਿਸ਼ਨੂੰ ਗੰਗਾ ਕਹਿੰਦੇ ਆ। ਜਦੋਂ ਇਹ ਕੀ ਮਿਲ ਜਾਂਦੀਆਂ ਨੇ ਦੋਨੋਂ, ਉਸ ਤੋਂ ਬਾਅਦ ਕੀ ਹੈ ਜੀ ਥੱਲੇ ਜਾਂਦੀਆਂ ਨੇ। ਥੱਲੇ ਜਾ ਕੇ ਖਿੰਡਾਰ ਨਦੀ ਜਿਹੜੀ ਹੈ ਇਹਨੂੰ ਮਿਲਦੀ ਹੈਗੀ ਹੈ ਕਰਨ ਪ੍ਰਯਾਗ ਤੇ। ਠੀਕ ਹੈ ਜੀ, ਕਰਨ ਪ੍ਰਯਾਗ ਤੇ ਮਿਲਦੀ ਹੈਗੀ ਆ। ਇਹਦਾ ਨਾਮ ਬਣ ਜਾਂਦਾ ਜੀ ਅਲਖਨੰਦਾ ਨਦੀ। ਜਦੋਂ ਕੀ ਹੈ ਉੱਪਰੋਂ ਮਿਲ ਕੇ ਆਏ ਸੀ, ਫਿਰ ਥੱਲੇ ਜਾ ਕੇ ਕੀ ਇਹਦਾ ਨੰਦਾਕਣੀ ਹੋ ਜਾਂਦਾ। ਨੰਦਾ ਜਦੋਂ ਕਰਨ ਪ੍ਰਯਾਗ ਨੂੰ ਪਾਰ ਕਰਦੀ ਨੰਦਾਕਣੀ ਨਦੀ ਹੋ ਜਾਂਦੀ ਹੈ। ਜਦੋਂ ਮਿਲਦੀ ਹੈ ਤਾਂ ਨੰਦਾਕਣੀ ਨਦੀ ਤੇ ਕਿਹੜੀ ਉੱਪਰ ਆਉਂਦੀ ਮੰਦਾਕਣੀ ਨਦੀ। ਕਿਹੜੀ ਮੰਦਾਕਣੀ ਨਦੀ। ਮੰਦਾਕਣੀ ਨਦੀ ਜਿਹੜੀ ਮਿਲਦੀ ਹੈਗੀ ਹੈ ਰੁਦਰ ਪ੍ਰਯਾਗ ਤੇ। ਰੁਦਰ ਪ੍ਰਯਾਗ ਤੇ ਕੀ ਮਿਲਦੀ ਹੈ ਨੰਦਾਕਣੀ ਨਦੀ ਪਲੱਸ ਨੰਦਾਕਣੀ ਨਦੀ। ਮੰਦਾਕਣੀ ਤੇ ਨੰਦਾਕਣੀ ਦੋਨੋਂ ਮਿਲ ਜਾਂਦੀਆਂ ਨੇ। ਉਸ ਤੋਂ ਜਦੋਂ ਥੱਲੇ ਜਾਂਦੀਆਂ ਨੇ, ਜਦੋਂ ਕੀ ਹੈ ਥੱਲੇ ਜਾਂਦੀਆਂ ਨੇ ਰੁਦਰ ਪ੍ਰਯਾਗ ਤੋਂ ਦੇਵ ਪ੍ਰਯਾਗ ਲਈ। ਕਿਹੜੇ ਲਈ? ਦੇਵ ਪ੍ਰਯਾਗ ਲਈ। ਤਾਂ ਉਹ ਕੀ ਬਣ ਜਾਂਦੀਆਂ ਨੇ ਉੱਪਰੋਂ ਭਾਗੀਰਥੀ ਨਦੀ ਆ ਕੇ ਵਿੱਚ ਮਿਲ ਜਾਂਦੀ ਹੈ ਅਲਖਨੰਦਾ ਨਦੀ ਬਣ ਜਾਂਦੀ ਹੈ। ਜਦੋਂ ਕੀ ਹੈ ਰੁਦਰ ਪ੍ਰਯਾਗ ਤੋਂ ਮਿਲਦੀ ਹੈਗੀ ਹੈ। ਉਸ ਤੋਂ ਬਾਅਦ ਕੀ ਉੱਪਰੋਂ ਆ ਗਈ ਭਾਗੀਰਥੀ ਨਦੀ। ਭਾਗੀਰਥੀ ਨਦੀ ਵਿੱਚ ਮਿਲੇਗੀ ਤਾਂ ਉਹ ਚਲੀ ਜਾਏਗੀ ਥੱਲੇ ਗੰਗਾ ਨਦੀ ਬਣ ਜਾਏਗੀ। ਗੰਗਾ ਨਦੀ ਦਾ ਉਦਗਮ ਬਹੁਤ ਹੀ ਜ਼ਿਆਦਾ ਵਾਰ ਪੁੱਛਿਆ ਜਾਂਦਾ ਹੈ। ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਰ ਸਕਦਾ, ਮੈਨੂੰ ਆਪ ਬੁਖਾਰ ਹੋਣ ਲੱਗਿਆ। ਤਾਂ ਦੇਖੋ ਕੀ ਹੈਗਾ ਇਸ ਤੋਂ ਬਾਅਦ ਕਿ ਮੈਂ ਨਹੀਂ ਹੁਣ ਸਮਝਾ ਸਕਦਾ। ਇੰਨਾ ਕੁਝ ਮੱਥਾ ਮਾਰਨ ਤੋਂ ਬਾਅਦ ਵੀ ਤੁਸੀਂ ਕਹੋ ਕਿ ਮੈਨੂੰ ਯਾਦ ਨਹੀਂ ਹੋ ਰਿਹਾ, ਮੈਨੂੰ ਕੁਝ ਨਹੀਂ ਹੋ ਰਿਹਾ, ਇਸ ਤੋਂ ਬਾਅਦ ਕਿ ਮੈਂ ਨਹੀਂ ਹੋਰ ਕੁਝ ਕਰ ਸਕਦਾ ਕਿਉਂਕਿ ਪੂਰਾ ਦਮ ਲੱਗ ਗਿਆ ਮੈਨੂੰ, ਪਸੀਨੋ ਪਸੀਨ ਹੋਇਆ ਪਿਆ ਮੈਂ। ਪੱਕਾ ਹੋਰ ਨਹੀਂ ਇਸ ਕਮਰੇ 'ਚ। ਦੂਜੀ ਗੱਲ ਤੁਹਾਨੂੰ ਦੱਸਦਾ, ਦੇਖੋ ਇਹ ਸਮਝ ਲੱਗੀ। ਉਸ ਤੋਂ ਬਾਅਦ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਇੱਕ ਜਿਹੜੀ ਹੁੰਦੀ ਇੱਥੋਂ ਭਾਗੀਰਥੀ ਨਦੀ ਜਦੋਂ ਲਾਸਟ 'ਚ ਆਉਂਦੀ ਹੈ ਕਿ ਕਿੱਥੇ ਆਪਣੇ ਦੇਵ ਪ੍ਰਯਾਗ 'ਚ ਆਉਂਦੀ ਹੈ ਨਾ ਭਾਗੀਰਥੀ ਨਦੀ। ਤੇ ਯਾਦ ਕਰੋ ਮੈਂ ਜਦੋਂ ਤੁਹਾਨੂੰ ਹਿਮਾਚਲ ਪੜ੍ਹਾ ਰਿਹਾ ਸੀ ਤਾਂ ਮੈਂ ਤੁਹਾਨੂੰ ਬਾਂਧ ਕਰਵਾਇਆ ਸੀ ਡੈਮ। ਕਿਹੜਾ ਡੈਮ ਕਰਾਇਆ ਸੀ ਉੱਥੇ ਮੈਂ? ਯਾਦ ਕਰੋ। ਬਿਲਾਸਪੁਰ 'ਚ ਕਿਹੜਾ ਡੈਮ ਕਰਾਇਆ ਸੀ? ਭਾਖੜਾ ਨੰਗਲ ਡੈਮ, ਹੈ ਨਾ। ਸੋਚੋ ਦਿਮਾਗ ਯਾਰ, ਦਿਮਾਗ ਹੈ ਨਹੀਂ ਮਿਲਦਾ। ਸਾਰੇ ਮਿਲਦਾ ਗਧੇ ਇਕੱਠੇ ਕੀਤੇ ਆ ਮੈਂ ਵੀ ਪੂਰੇ YouTube ਤੇ, ਹਨਾ। ਕਿਹੜੀ ਨਦੀ ਇਹ ਬਣਾਉਂਦੀ ਹੈ? ਸਤਲੁਜ ਨਦੀ। ਕਿਹੜਾ ਡੈਮ ਬਣਾਉਂਦੀ ਹੈ? ਭਾਖੜਾ ਨੰਗਲ। ਤੇ ਨਦੀ ਝੀਲ ਕਿਹੜੀ ਉੱਥੇ? ਗੋਬਿੰਦ ਸਾਗਰ, ਹੈ ਨਾ। ਸਹੀ ਹੈ, ਬਚ ਗਏ ਹੋ। ਜੇ ਨਾ ਦੱਸਦੇ ਤਾਂ ਪੱਕਾ ਜਿ ਹੋਊਗਾ। ਠੀਕ ਹੈ, ਮੈਂ ਉਹਨੂੰ ਦੱਸਿਆ ਸੀ ਉਹ ਕਿਹੜਾ ਬਾਂਧ ਸੀਗਾ? ਗੁਰਤਵੀ ਬਾਂਧ। ਕਿਹੜਾ? ਗੁਰਤਵੀ ਡੈਮ ਸੀਗਾ। ਤੇ ਅੱਜ ਜਿਹੜਾ ਮੈਂ ਕਰਾ ਰਿਹਾ ਉਹ ਕਿਹੜਾ ਸੀਗਾ? ਅਰਥ ਪਿਲਰ ਡੈਮ। ਮੈਂ ਕਿਹਾ ਸੀ ਨਾ ਜਦੋਂ ਮੈਂ ਉੱਤਰਾਖੰਡ ਪੜਾਉਂਗਾ ਤੁਹਾਨੂੰ ਇੱਕ ਅਰਥ ਪਿਲਰ ਡੈਮ ਵੀ ਕਰਾਉਂਗਾ। ਤਾਂ ਹੁਣ ਦੇਖੋ ਅਰਥ ਪਿਲਰ ਡੈਮ ਕਿੱਥੇ ਬਣਦਾ ਹੈ? ਨਹੀਂ ਟੀਰੀ ਵਿੱਚ ਬਣਦਾ ਹੈਗਾ ਟਿਹਰੀ ਬਾਂਧ। ਠੀਕ ਹੈ, ਨਵੀਂ ਟੀਰੀ ਵਿੱਚ ਕਿਹੜਾ ਬਣਦਾ ਹੈਗਾ? ਟਿਹਰੀ ਬਾਂਧ ਬਣਦਾ, ਟਿਹਰੀ ਡੈਮ ਬਣਦਾ ਹੈ।
ਕਿਤੇ ਇਹ ਨਾ ਹੋਵੇ ਪੇਪਰ ਵਾਲਾ ਪਤਾ ਕੀ ਕਰਦਾ, ਜਿਹੜਾ ਐਗਜ਼ਾਮੀਨਰ ਹੈਗਾ ਉਹ ਕਹਿ ਦੂਗਾ ਕਿ ਟਿਹਰੀ ਡੈਮ ਕਿੱਥੇ ਹੈਗਾ। ਆਪਸ਼ਨ ਚ ਹੋਣਗੇ ਨਈ ਟਿਹਰੀ, ਟਿਹਰੀ, ਨੈਨੀਤਾਲ ਜਾਂ ਗੋਪੇਸ਼ਵਰ। ਤੁਹਾਡੇ ਵਰਗਾ ਕਹੇਗਾ ਯਾਰ ਨਈ ਟਿਹਰੀ ਹੋਊਗਾ, ਠੀਕ ਹੈ, ਟਿਹਰੀ ਚੱਕ ਦੋ, ਟਿਹਰੀ ਵਿੱਚ ਹੋਵੇਗਾ ਤਾਂ ਉਹ ਗਲਤ ਹੋ ਜਾਏਗਾ। ਨਵੀਂ ਟਿਹਰੀ ਦਾ ਨਾਮ ਪਹਿਲਾਂ ਟਿਹਰੀ ਹੀ ਸੀ, ਠੀਕ ਹੈ। ਉਹ ਕੀ ਹੁਣ ਦੋ ਚੀਜ਼ਾਂ ਮਤਲਬ ਦੋ ਜਿਹੜੇ ਸੀ ਨਾ ਇਹ ਜ਼ਿਲ੍ਹੇ ਸੀਗੇ, ਇਹ ਦੋ ਜ਼ਿਲ੍ਹੇ ਬਣ ਗਏ ਆ। ਇੱਕ ਟਿਹਰੀ ਅਲੱਗ ਹੋ ਗਿਆ, ਨਵੀਂ ਟਿਹਰੀ ਅਲੱਗ ਹੋ ਗਿਆ, ਤੇ ਨਵੀਂ ਟਿਹਰੀ ਚਲਾ ਗਿਆ ਟਿਹਰੀ ਬਾਂਧ, ਠੀਕ ਹੈ। ਟਿਹਰੀ ਡੈਮ ਕਿੱਥੇ ਹੈ ਤਾਂ ਹੁਣ ਕਿੱਥੇ ਹੈ, ਨਵੀਂ ਟਿਹਰੀ ਵਿੱਚ। ਕਿਤੇ ਕਲਾ ਟਿਹਰੀ ਵਿੱਚ ਨਾ ਲਾ ਕੇ ਆ ਦਿਓ, ਗਲਤ ਹੋ ਜਾਏਗਾ। ਇਹ ਨਾ ਕਿ ਨੰਬਰ ਪੱਕਾ ਕਰਦੇ ਸਾਰਾ ਕੰਮ ਹੀ ਗੋਲ ਕਰ ਲਓ ਜਿਹੜਾ ਪੜ੍ਹਿਆ ਲਿਖਿਆ, ਠੀਕ ਹੈ। ਉਸ ਤੋਂ ਬਾਅਦ ਕੀ ਨਵੀਂ ਟਿਹਰੀ ਵਿੱਚ ਕਿਹੜਾ ਡੈਮ ਹੈਗਾ, ਤੁਹਾਡੇ ਕੋਲ ਟਿਹਰੀ ਡੈਮ ਹੈਗਾ, ਉਹ ਕਿਹੜਾ ਹੈਗਾ, ਇੱਕ ਅਰਥ ਪਿਲਰ ਡੈਮ ਹੈਗਾ। ਕਿਹੜਾ ਅਰਥ ਪਿਲਰ ਡੈਮ ਹੈਗਾ, 225 ਮੀਟਰ ਵੀ ਲੰਬਾ ਹੈਗਾ। ਹੁਣ ਮੈਂ ਤੁਹਾਨੂੰ ਦੱਸਦਾ ਗੁਰਤਵੀ ਡੈਮ ਤੇ ਅਰਥ ਪਿਲਰ ਡੈਮ ਵਿੱਚ ਕੀ ਅੰਤਰ ਹੁੰਦਾ ਹੈ। ਜਿਹੜਾ ਗੁਰਤਵੀ ਡੈਮ ਹੁੰਦਾ ਹੈ ਉਹ ਪਹਿਲਾਂ ਦੇ ਦੋ ਪਰਬਤ ਹੁੰਦੇ ਆ, ਦੋ ਪਰਬਤ ਪਹਿਲਾਂ ਦੇ ਹੁੰਦੇ ਹੈਗੇ ਆ, ਉਹਨਾਂ ਦੇ ਵਿਚਾਲੇ ਕੀ ਹੈ ਬਸ ਬਣਾ ਦਿੱਤਾ ਜਾਂਦਾ ਡੈਮ, ਠੀਕ ਹੈ। ਜਿਹੜਾ ਅਰਥ ਪਿਲਰ ਡੈਮ ਹੁੰਦਾ ਹੈ ਉਹ ਕੀ ਹੁੰਦਾ, ਜਿਹੜੇ ਪਹਾੜ ਹੁੰਦੇ ਆ ਪਹਾੜਾਂ ਦੇ ਵਿੱਚ ਨਹੀਂ ਹੁੰਦਾ ਜ਼ਿਆਦਾ, ਉਹਨੂੰ ਕੀ ਹੈ ਸਾਈਡਾਂ ਦੇ ਪਿਲਰ ਲਾਏ ਜਾਂਦੇ ਆ ਵੱਡੇ ਵੱਡੇ, ਉਹਨਾਂ ਦੇ ਵਿੱਚ ਕੀ ਹੈ ਫਿਰ ਉਹਨਾਂ ਨੂੰ ਆਰਕੀਟੈਕਟ ਕੀਤਾ ਜਾਂਦਾ ਹੈਗਾ। ਉਹ ਕਿਹੜੇ ਹੁੰਦੇ ਆ ਜੀ ਆਪਣੇ ਕੋਲ ਅਰਥ ਪਿਲਰ ਡੈਮ ਹੁੰਦੇ ਹੈਗੇ, 225 ਮੀਟਰ ਇਹ ਹੈਗਾ। ਜੇ ਪੁੱਛ ਲਵੇ ਪੇਪਰ 'ਚ ਕਿ ਸਭ ਤੋਂ ਵੱਡਾ ਡੈਮ ਕਿਹੜਾ ਤਾਂ ਭਾਖੜਾ ਨੰਗਲ ਡੈਮ ਲਾ ਦੇਣਾ। ਜੇ ਪੁੱਛੇ ਗੁਰਤਵੀ ਡੈਮ, ਭਾਖੜਾ ਨੰਗਲ ਡੈਮ, ਅਰਥ ਪਿਲਰ ਡੈਮ ਤਾਂ ਕਿਹੜਾ ਜੀ ਆਪਣੇ ਕੋਲ ਇਹ ਵਾਲਾ ਡੈਮ ਲਾ ਦੇਣਾ ਤੁਸੀਂ, ਟਿਹਰੀ ਬਾਂਧ, ਠੀਕ ਹੈ ਜੀ। ਟਿਹਰੀ ਡੈਮ ਜਿਹੜਾ ਹੈਗਾ ਭਾਗੀਰਥੀ ਨਦੀ ਦੇ ਉੱਤੇ ਹੈਗਾ, ਇਹ ਵੀ ਤੁਸੀਂ ਯਾਦ ਕਰ ਲੈਣਾ, ਠੀਕ ਹੈ। ਹੁਣ ਆਪਾਂ ਕੀ ਹੈ ਜੀ ਹਿਮਾਚਲ ਬਾਰੇ ਲਗਭਗ ਸਾਰਾ ਕੁਝ ਕਲੀਅਰ ਕਰ ਲਿਆ। ਇਹਨਾਂ 'ਚ ਕੀ ਥੋੜ੍ਹੀ ਬਹੁਤੀਆਂ ਪਹਾੜੀਆਂ ਹੈਗੀਆਂ ਨੇ, ਬਦਰੀਨਾਥ, ਕੇਦਾਰਨਾਥ, ਗੰਗਨੋਤਰੀ, ਯਮਨੋਤਰੀ, ਇਹ ਯਾਦ ਕਰ ਲੈਣੀਆਂ, ਠੀਕ ਹੈ। ਬਸ ਹੋਰ ਇਹਨਾਂ ਜ਼ਿਆਦਾ ਇੰਪੋਰਟੈਂਟ ਕੁਝ ਹੈ ਨਹੀਂਗਾ। ਤਾਂ ਦੂਜੀ ਗੱਲ ਕੀ ਹੈਗੀ ਮੇਨ ਕਿ ਤੁਸੀਂ ਕੀ ਹੈ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ। ਟੈਲੀਗ੍ਰਾਮ ਬਣਾ ਚੁੱਕਿਆ ਸੀ ਤੇ ਉਹਨੂੰ ਜਦੋਂ ਤੁਸੀਂ ਡਿਸਕ੍ਰਿਪਸ਼ਨ ਜਾਓਗੇ ਤਾਂ ਲਿੰਕ ਆ ਜਾਏਗਾ ਟੈਲੀਗ੍ਰਾਮ ਦਾ, ਉਹਨੂੰ ਜੁਆਇਨ ਕਰ ਲਓ। ਉੱਥੇ ਤੁਹਾਨੂੰ ਨਵੀਂ ਕਲਾਸ ਦਾ ਨੋਟੀਫਿਕੇਸ਼ਨ ਪਲੱਸ ਕੀ ਹੈ ਤੁਹਾਨੂੰ ਨਵੇਂ ਕੁਇਜ਼ ਵੇਖਣ ਨੂੰ ਮਿਲਣਗੇ, ਮੈਪ ਦੇ ਰਿਲੇਟਡ, ਜੀਓਗ੍ਰਾਫੀ ਦੇ ਰਿਲੇਟਡ, ਨਾਲ ਕਿ ਤੁਹਾਨੂੰ ਹੋਰ ਕੀ ਹੈ ਜਿਹੜੇ ਐਗਜ਼ਾਮ ਆ ਰਹੇ ਆ ਉਹਨਾਂ ਦੀ ਸੂਚਨਾ ਵੀ ਮਿਲਦੀ ਰਹੇਗੀ। ਟਾਈਮ ਟੂ ਟਾਈਮ ਆਪਾਂ ਕੀ ਤੁਹਾਨੂੰ ਕਰਦੇ ਰਵਾਂਗੇ। ਜੇ ਵੀਡੀਓ ਵਧੀਆ ਲੱਗਦੀ ਪਈ ਤਾਂ ਲਾਈਕ ਕਰਕੇ ਜਾਇਓ ਜ਼ਰੂਰ, ਠੀਕ ਹੈ। ਜੇ ਤੁਸੀਂ ਪੂਰੇ ਦੇਖ ਰਹੇ ਹੋ ਵੀਡੀਓ ਨੂੰ ਤਾਂ ਤੁਹਾਨੂੰ ਕੀ ਸਲੂਟ ਆ ਯਾਰ ਦਿਲੋਂ ਕਿ ਤੁਸੀਂ ਅੱਜ ਵੀ ਪੜ੍ਹਨ ਲਈ ਕੀ ਆ ਚਾਹਵਾਨ ਹੈਗੇ ਹੋ, ਤਾਂ ਕਿ ਤੁਸੀਂ ਸੁਣਦੇ ਰਹੋ, ਐਵੇਂ ਤੁਹਾਨੂੰ ਯਾਦ ਕਰਾਉਂਦੇ ਰਹਾਂਗੇ। ਤਾਂ ਆਪਾਂ ਕੀ ਥੋੜਾ ਜਿਹਾ ਨਿਗਾਹ ਮਾਰ ਲਈ ਫਲੈਸ਼ਬੈਕ 'ਚ, ਯਾਦ ਕਰ ਲਈ ਸ਼ਹਿਰ ਕਿਹੜੇ ਯਾਦ ਕੀਤੇ ਆ। ਤਾਂ ਦੇਖੋ ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਕਿਹੜਾ ਜੀ ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਹਰਿਦੁਆਰ, ਰੁੜਕੀ, ਹਰਿਦੁਆਰ, ਰੁੜਕੀ ਜਾਂ ਰੁੜਕੀ ਹਰਿਦੁਆਰ ਕਰ ਲਓ, ਕੋਈ ਚੱਕਰ ਨਹੀਂ। ਉਸ ਤੋਂ ਬਾਅਦ ਨੈਨੀਤਾਲ ਤੇ ਗੋਪੇਸ਼ਵਰ, ਨੈਨੀਤਾਲ, ਗੋਪੇਸ਼ਵਰ, कर्णप्रयाग, रुद्रप्रयाग, देवप्रयाग, बद्रीनाथ, केदारनाथ, गंगनोत्री, यमुनोत्री। जब मैं पूरी तरीके ਨਾਲ याद करावा ਤੁਹਾਨੂੰ ਕਿਵੇਂ ਯਾਦ ਹੋਣਾ ਚਾਹੀਦਾ ਤਾਂ ਐਵੇਂ ਯਾਦ ਹੋਣਾ ਚਾਹੀਦਾ ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਹਰਿਦੁਆਰ, ਰੁੜਕੀ, नैनीताल, गोपेश्वर, रुद्रप्रयाग, कर्णप्रयाग, देवप्रयाग, बद्रीनाथ, केदारनाथ, गंगनोत्री, यमुनोत्री। ठीक है, ऐदा याद होना चाहिए। ਤੁਸੀਂ ਕੀ ਇੱਕ ਪਰਬਤ ਯਾਦ ਕਰ ਲਿਆ ਤਾਂ ਸੰਤੋਖਤ ਪਰਬਤ ਨਾਲ ਬਦਰੀਨਾਥ ਵਗੈਰਾ ਉਹ ਤੁਸੀਂ ਯਾਦ ਕਰ ਹੀ ਲਏ ਹੋਣਗੇ। ਠੀਕ ਹੈ, ਉਸ ਤੋਂ ਬਾਅਦ ਤਿੰਨ ਦਰੇ ਕਿਹੜੇ ਧਰਮਾ, ਨੀਤੀ, ਮਨਾਦਰਾ, ਲੇਖਪੁਰਾ ਦਰਾ ਜਿਹੜਾ ਸੀਗਾ ਤਿੰਨ ਅੰਤਰੇ ਮਤਲਬ ਕਿ ਦੋ ਜਿਹੜੇ ਆਪਣੇ ਇੰਟਰਨੈਸ਼ਨਲ ਸੀਮਾਵਾਂ ਨਾਲ ਲੱਗਦਾ ਕਿਹੜੇ ਕਿਹੜੇ ਚੀਨ ਨਾਲ ਤੇ ਨੇਪਾਲ ਨਾਲ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਦੋ ਹਿੱਸੇ ਕਰ ਲਏ। ਇਦਲਾ ਹਿੱਸਾ ਕਮਾਯੂ ਇਦਲਾ ਹਿੱਸਾ ਜਿਹੜਾ ਗੜਵਾਲ ਦਾ ਹਿੱਸਾ ਕਮਾਯੂ ਰੈਜੀਮੈਂਟ 1947 ਕੇ ਮੇਜਰ ਸੋਮਨਾਥ ਸ਼ਰਮਾ ਜੀ ਨੂੰ ਦਿੱਤਾ ਗਿਆ ਸੀ। ਠੀਕ ਹੈ ਜੀ, ਪਰਮਵੀਰ ਚੱਕਰ। ਠੀਕ ਹੈ ਜੀ, ਇੰਨੀ ਕੁ ਕਲਾਸ ਸੀਗੀ ਆਪਣੀ, ਹੋਰ ਆਪਾਂ ਕੁਝ ਜ਼ਿਆਦਾ ਤੁਹਾਨੂੰ ਨਹੀਂ ਪੜਾਇਆ। ਤਾਂ ਮਿਲਾਂਗੇ ਅਗਲੀ ਕਲਾਸ 'ਚ। ਉਦੋਂ ਤੱਕ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ। ਐਵੇਂ ਕਿ ਜੁੜੇ ਰਹੋ, ਟੈਲੀਗ੍ਰਾਮ ਜ਼ਰੂਰ ਜੁਆਇਨ ਕਰ ਲਿਓ ਤੇ ਸਬਸਕ੍ਰਾਈਬ ਕਰਕੇ ਜਾਇਓ ਜੇ ਨਵੇਂ ਹੈਗੇ ਚੈਨਲ ਦੇ ਨਾਲ।